ਸ਼ਮਾਦਾਨ। ਜੀ ਪਿਆਰੇ ਸਰੋਤਿਓ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਜੀ। ਬਠਿੰਡਾ ਸਟੂਡੀਓ ਤੋਂ ਮੈਂ ਲਾਈਵ ਜੁੜ ਚੁੱਕਿਆ ਜੀ ਤੁਹਾਡੇ ਨਾਲ ਜਸਪ੍ਰੀਤ ਸਿੰਘ, ਅਤੇ ਇਸ ਵਕਤ ਮੇਰੇ ਨਾਲ ਫੋਨ ਲਾਈਨ ਦੇ ਜ਼ਰੀਏ ਸੀਨੀਅਰ ਡਾਕਟਰ ਹਰਸ਼ਿੰਦਰ ਕੌਰ ਜੀ ਜੁੜ ਚੁੱਕੇ ਨੇ। ਇੱਥੇ ਮੈਂ ਸਾਡੇ ਸਰੋਤਿਆਂ ਦੇ ਧਿਆਨ ਵਿੱਚ ਲਿਆ ਦੇਣਾ ਚਾਹੁੰਦਾ ਹਾਂ ਕਿ ਹਰਸ਼ਿੰਦਰ ਕੌਰ ਜੀ ਨੂੰ ਅਕਸਰ ਅਸੀਂ ਸੋਮਵਾਰ ਨੂੰ 8 ਵਜੇ ਲੈਂਦੇ ਹਾਂ ਔਨ ਏਅਰ, ਪਰ ਇਸ ਵਾਰੀ ਕੁਝ ਰੁਝੇਵਾਂ ਕਰਕੇ ਉਹਨਾਂ ਤੋਂ ਸਾਨੂੰ ਪਹਿਲਾਂ ਸਮਾਂ ਲੈਣਾ ਪੈ ਗਿਆ ਜੀ, ਅਤੇ ਗੁਜ਼ਾਰਿਸ਼ ਕੀਤੀ ਅਤੇ ਉਹਨਾਂ ਨੇ ਗੁਜ਼ਾਰਿਸ਼ ਖਿੜੇ ਮੱਥੇ ਕਬੂਲ ਕਰਦੇ ਹੋਏ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਅੱਜ ਜੁੜ ਗਏ ਨੇ ਜੀ। ਸੋ ਹਰਜਿੰਦਰ ਕੌਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਧੰਨਵਾਦ ਭਰਾ। ਤੇ ਦਰਅਸਲ ਤੁਹਾਡੇ ਰਾਹੀਂ, ਤੁਹਾਡੇ ਪ੍ਰੋਗਰਾਮ ਰਾਹੀਂ ਲੋਕੀ ਪਿਆਰ ਹੀ ਇੰਨਾ ਦਿੰਦੇ ਨੇ ਕਿ ਜਦੋਂ ਵੀ ਤੁਸੀਂ ਕਹੋ ਮੈਂ ਕਦੇ ਨਾ ਕਰ ਹੀ ਨਹੀਂ ਸਕਦੀ। ਸੋ ਬਹੁਤ ਧੰਨਵਾਦ ਸ਼ਾਮਿਲ ਕਰਵਾਉਣ ਲਈ। ਜੀ ਜੀ ਹਰਸ਼ਿੰਦਰ ਕੌਰ ਜੀ, ਸੋ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੀ ਸਿਹਤ ਕਿਵੇਂ ਦੀ ਹੈ ਜੀ? ਜੀ ਉਹ ਥੋੜਾ ਬਹੁਤ ਗਲੇ ਦਾ ਮੇਰਾ ਖਿਆਲ ਤੁਸੀਂ ਆਵਾਜ਼ ਰਾਹੀਂ ਹੀ ਸੁਣ ਸਕੋਗੇ। ਬਿਲਕੁਲ ਜੀ। ਉਹ ਕੀ ਕਰੀਏ, ਮਜਬੂਰੀ ਹੈ ਕਿ ਪੇਸ਼ੇ ਦੇ ਵਿੱਚ ਹੈ ਹੀ ਇਸ ਤਰ੍ਹਾਂ ਦਾ ਪੇਸ਼ਾ ਕਿ ਜਦੋਂ ਇਸ ਤਰ੍ਹਾਂ ਦੇ ਕਾਫੀ ਮਰੀਜ਼ ਇੱਕ ਤਰ੍ਹਾਂ ਦੇ ਹੋ ਜਾਣ, ਉਹ ਮਾੜੀ ਮੋਟੀ ਫਿਰ ਵਾਇਰਸ ਕੁਛ ਨਾ ਕਿਸੇ ਪਾਸਿਓਂ ਸਾਨੂੰ ਵੀ ਜਕੜਦੀ। ਜੀ ਜੀ ਬਿਲਕੁਲ ਜੀ। ਸੋ ਤੁਸੀਂ ਬਹੁਤ ਇੱਕ ਸਾਡੇ ਸਮਾਜ ਦੇ ਲਈ ਬੜੇ ਜ਼ਰੂਰੀ ਨਗੀਨਾ ਹੋ ਜੀ, ਅਤੇ ਆਪਣੀ ਸਿਹਤ ਦਾ ਵੀ ਤੁਸੀਂ ਖਿਆਲ ਰੱਖਿਆ ਕਰੋ। ਤਾਂ ਕਿਉਂਕਿ ਤੁਹਾਡੇ ਵਰਗੇ ਜਿਹੜੇ ਡਾਕਟਰ ਨੇ, ਚੰਗੇ ਡਾਕਟਰ ਨੇ ਖਾਸ ਕਰਕੇ, ਉਹਨਾਂ ਦੇ ਨਾਲ ਹੀ ਜਿਹੜਾ ਸੁਸਾਇਟੀ ਨੇ ਵੀ ਠੀਕ ਰਹਿਣਾ ਹੁੰਦਾ ਹੈਗਾ। ਸੋ ਇਸ ਦੇ ਨਾਲ ਹੀ ਅੱਜ ਆਪਾਂ ਗੱਲਬਾਤ ਵੱਲ ਵੀ ਅੱਗੇ ਵਧਾਂਗੇ ਜੀ, ਅਤੇ ਅੱਜ ਗੱਲਬਾਤ ਆਪਾਂ ਕਰਾਂਗੇ ਜੀ ਭ੍ਰਿਸ਼ਟਾਚਾਰ ਨੂੰ ਲੈ ਕੇ। ਸੋ ਭ੍ਰਿਸ਼ਟਾਚਾਰ ਦੀ ਜੇ ਆਪਾਂ ਗੱਲ ਕਰੀਏ ਜੀ, ਤਾਂ ਇਹ ਕੋਈ ਅੱਜ ਦੀ ਸਮੱਸਿਆ ਨਹੀਂ ਹੈ, ਇਹ ਸਦੀਆਂ ਤੋਂ ਚੱਲੀ ਆ ਰਹੀ ਸਮੱਸਿਆ ਹੈ। ਅਤੇ ਸਮੱਸਿਆ ਦੇ ਵਿੱਚ ਵੀ ਆਪਾਂ ਦੇਖੀਏ ਤਾਂ ਕਿਰਦਾਰ ਵੀ ਜਦੋਂ ਭ੍ਰਿਸ਼ਟ ਹੋਏ ਪਏ ਹੋਣ, ਤਾਂ ਫਿਰ ਪੈਸੇ ਧੇਲੇ ਦੇ ਮਾਮਲੇ ਦੇ ਵਿੱਚ ਭ੍ਰਿਸ਼ਟ ਹੋਣਾ ਤਾਂ ਜਿਹੜਾ ਹੈ ਸੁਭਾਵਿਕ ਹੀ ਹੋ ਜਾਂਦਾ ਹੈ। ਸੋ ਭ੍ਰਿਸ਼ਟਾਚਾਰ ਇੱਕ ਬਹੁਤ ਹੀ ਡੂੰਘੀ ਸਮੱਸਿਆ ਹੈ, ਕਿਸੇ ਇੱਕ ਖਿੱਤੇ ਦੀ ਸਮੱਸਿਆ ਨਹੀਂ, ਇੱਕ ਦੇਸ਼ ਦੀ ਸਮੱਸਿਆ ਨਹੀਂ, ਇੱਕ ਅੰਤਰਰਾਸ਼ਟਰ ਪੱਧਰ ਦੀ ਸਮੱਸਿਆ ਹੈ। ਅਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਜੀ ਜੀ ਬਿਲਕੁਲ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਸਾਡੇ ਕੋਲ ਜਿੰਨਾ ਵੀ ਕੋਈ ਪੁਰਾਣਾ ਰਿਕਾਰਡ ਖੰਗਾਲਿਆ ਜਾਵੇ, ਉਹਦੇ ਵਿੱਚ ਕੌਟਿਲਿਆ ਵੱਲੋਂ 2000 ਸਾਲ ਪਹਿਲਾਂ ਤੋਂ ਵੀ ਇਹ ਲਿਖੇ ਅਰਥ ਸ਼ਾਸਤਰ ਵਿੱਚ ਭ੍ਰਿਸ਼ਟਾਚਾਰ ਦਾ ਜ਼ਿਕਰ ਮਿਲਦਾ ਜੀ। ਸੋ ਇਹ ਨਹੀਂ ਕਿ ਅਸੀਂ ਇਹ ਕੋਈ ਪਹਿਲੀ ਵਾਰ ਚੀਜ਼ ਦੇਖ ਰਹੇ ਹਾਂ। 7 ਸਦੀਆਂ ਪਹਿਲਾਂ ਦਾਂਤੇ ਵੱਲੋਂ ਵੀ ਭ੍ਰਿਸ਼ਟਾਚਾਰੀਆਂ ਦਾ ਜ਼ਿਕਰ ਕੀਤਾ, ਸ਼ੇਕਸਪੀਅਰ ਦੇ ਨਾਟਕਾਂ 'ਚ ਇਹਦਾ ਜ਼ਿਕਰ ਮਿਲਦਾ। ਇੱਥੋਂ ਤੱਕ ਕਿ ਹੁਣ ਅੰਤਰਰਾਸ਼ਟਰੀ ਪੱਧਰ ਉੱਤੇ ਇੱਕ ਪਰਚਾ ਛਪਿਆ ਜਿਹਦੇ ਵਿੱਚ ਕਰਪਸ਼ਨ ਅਰਾਊਂਡ ਦੀ ਵਰਲਡ, ਉਹਦੇ 'ਚ ਕਾਜ਼, ਕੌਨਸੀਕੁਐਂਸ, ਸਕੋਪ ਐਂਡ ਕਿਉਰ ਦੇ ਉੱਤੇ ਬੜਾ ਡਿਟੇਲਡ ਖੋਜ ਭਰਪੂਰ ਪਰਚਾ ਜਾਰੀ ਕੀਤਾ ਗਿਆ। ਜੀ ਜੀ। ਉਹਦੇ 'ਚ ਇੰਨੇ ਕਮਾਲ ਦੇ ਢੰਗ ਦੱਸੇ ਗਏ ਨੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਕਿ ਇਹ ਢੰਗ ਨੇ, ਉਹਨੂੰ ਰੋਕਣ ਦੇ ਰਾਹ ਵੀ ਦੱਸੇ ਗਏ। ਫਿਰ ਵੀ ਕਿਹਾ ਕਿ ਉਹਦੇ ਵਿੱਚ ਹੁਣ ਇੱਕ ਲਾਸਟ, ਜਦੋਂ ਆਪਾਂ ਜਿਵੇਂ ਕੋਈ ਖੋਜ ਦੱਸਦੇ ਹਾਂ ਤਾਂ ਉਹਦੇ ਐਂਡ ਵਿੱਚ ਇੱਕ, ਜਾਂ ਕੋਈ ਡਾਕਟਰ ਕੋਲ ਵੀ ਜਾਓਗੇ ਤਾਂ ਜਦੋਂ ਇਲਾਜ ਪੁੱਛਦੇ ਹੋ ਤਾਂ ਉਹਦੇ ਵਿੱਚ ਉਹਨੇ ਇਲਾਜ ਦੇ ਵਿੱਚ ਇੱਕ ਆਖਰੀ ਜਿਹੜੀ ਲਾਈਨ ਹੁੰਦੀ ਹੈ ਨਾ, ਉਹ ਸਾਰ ਹੁੰਦਾ ਸਾਰੀ ਚੀਜ਼ ਦਾ। ਬਿਲਕੁਲ ਜੀ। ਹਾਂਜੀ। ਉਹ ਸਾਰ ਇਸ ਪੂਰੇ ਪਰਚੇ ਦੇ ਸਾਰਾ ਕੁਝ ਦੱਸਦੇ ਆ ਵੀ ਅਲੱਗ ਮੁਲਕਾਂ 'ਚ ਕਿਸ ਤਰੀਕੇ, ਕਿਸ ਪੱਧਰ ਤੇ, ਕਿਸ ਲੈਵਲ ਤੇ ਕਿਸੇ ਦੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਵੀ ਇਸ ਮੁਲਕ 'ਚ ਹੈ ਹੀ ਨਹੀਂ, ਉੱਥੇ ਵੀ ਕਿਸ ਤਰੀਕੇ ਦੀ ਚੱਲ ਰਹੀ ਹੈ। ਤੇ ਉਹਦੇ ਐਂਡ ਵਿੱਚ ਲਿਖਿਆ ਭਈ ਭ੍ਰਿਸ਼ਟਾਚਾਰ ਪੂਰਨ ਰੂਪ ਵਿੱਚ ਸ਼ਾਇਦ ਕਦੇ ਵੀ ਕਾਬੂ ਨਾ ਕੀਤਾ ਜਾ ਸਕੇ। ਯਾਨੀ ਇਹ ਉੱਥੇ ਲਿਖਿਆ ਮਿਲ ਜਾਂਦਾ ਸਾਨੂੰ। ਹੁਣ ਉਹਦੇ ਵਿੱਚ ਇੱਕ ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਦੇ ਵਿੱਚ, ਬੜੀ ਨਾਮਵਰ ਅਖਬਾਰ ਹੈ ਅੰਤਰਰਾਸ਼ਟਰੀ ਪੱਧਰ ਦੀ, ਉਹਦੇ ਵਿੱਚ ਸੰਨ 1995 ਨੂੰ ਭ੍ਰਿਸ਼ਟਾਚਾਰੀ ਸਾਲ ਦਾ ਨਾਂ ਦਿੱਤਾ ਗਿਆ ਸੀ। ਅੱਛਾ ਜੀ। ਹੁਣ ਮਜ਼ੇਦਾਰ ਗੱਲ ਇਹ ਦੇਖੋ, ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਜ਼ਿਕਰ ਕੀਤਾ ਕਿ ਇਹ ਸਾਲ ਅਸੀਂ 1995 ਆਪਣੇ ਉਸ ਤੋਂ ਪਿਛਲੇ ਜਿਹੜੇ ਗਿਣੇ ਸਨ ਉਹਨਾਂ ਦੇ ਹਿਸਾਬ ਨਾਲ ਲਾਇਆ ਸੀ। ਪਰ ਸਿਰਫ 10 ਸਾਲਾਂ ਬਾਅਦ ਹੀ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਸ਼ਾਇਦ ਉਸ ਕਰਪਸ਼ਨ ਦਾ ਬਾਪੂ ਆ ਸਾਲ ਅਸੀਂ ਮਨਾਉਣਾ ਪੈਣਾ। ਹੁਣ ਉਸ ਤੋਂ ਅੱਗੇ ਇੰਟਰਸਟਿੰਗ ਚੀਜ਼ ਦੇਖੋ, ਸਿਰਫ ਪਿਛਲੇ 5 ਸਾਲ ਵਿੱਚ ਹੁਣ ਇਸ ਬਾਰੇ ਜ਼ਿਕਰ ਮਿਲਦਾ ਹੈ ਕਿ ਇਹ
ਚਰਚਾ ਦਾ ਹੁਣ ਦੁਨੀਆ ਭਰ ਵਿੱਚ ਮੁੱਦਾ, ਜਿਸ ਵਿੱਚ ਮੀਡੀਆ ਸਰਗਰਮ ਭੂਮਿਕਾ ਨਿਭਾਉਣ ਸਦਕਾ ਇਹ ਚੀਜ਼ਾਂ ਉਜਾਗਰ ਹੋ ਰਹੀਆਂ ਨੇ। ਯਾਨੀ ਜੀ ਭਰਪੂਰ ਸ਼ਲਾਘਾ ਕੀਤੀ ਗਈ, ਮੀਡੀਆ ਦੀ ਪਿੱਠ ਥਾਪੜੀ ਗਈ ਅੱਛਾ ਜੀ ਕਿ ਪਹਿਲਾਂ ਹੋਰ ਤਰ੍ਹਾਂ ਮੀਡੀਆ ਕਰਦਾ ਸੀ ਕੰਮ, ਫਿਰ ਇਹ ਸ਼ਿਕੰਜਾ ਵਰਲਡ ਲੈਵਲ ਤੇ ਕੱਸਿਆ ਜਾਂਦਾ ਸੀ, ਜਿੱਥੇ ਦੁਨੀਆ ਦੇ ਵੱਡੇ ਨਾਮਵਰ ਮੁਲਕ ਆਪਣਾ ਮੀਡੀਆ ਕਾਬੂ ਚ ਕਰਦੇ ਸਨ। ਉਹਨਾਂ ਦਾ ਸਭ ਤੋਂ ਉੱਚੀ ਪੱਧਰ ਜੀ ਦਾ ਜਿਹੜਾ ਮਿਸਾਲ ਵਜੋਂ ਜਿਸ ਦਾ ਉਹ ਮੀਡੀਆ ਦਾ ਮਾਲਕ ਹੋਵੇ ਉਹਨੂੰ ਹੀ ਖਰੀਦ ਲਿਆ ਜਾਂਦਾ ਸੀ। ਕਿਸ ਤਰੀਕੇ ਕਿਸ ਤਰ੍ਹਾਂ ਦੇ ਉਹਨੂੰ ਗਿਫਟ ਦਿੱਤੇ ਜਾਂਦੇ ਸਨ, ਬਹੁਤ ਬਿਲਕੁਲ ਡਿਟੇਲਡ ਜੀ ਹੈ। ਪਰ ਅੱਛਾ ਹੁਣ ਜੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਜਿੱਥੇ ਇੱਕ ਤਰਫ ਗੰਦਗੀ ਦਾ ਸਿਰਾ ਬਣਦਾ ਜਾਂਦਾ, ਉੱਥੇ ਹੀ ਇੰਨੀ ਪੋਜ਼ਿਟਿਵ ਭੂਮਿਕਾ ਨਿੱਕੇ ਨਿੱਕੇ ਜੋ ਮੀਡੀਆ ਗਰੁੱਪਸ ਜਾਂ ਲੋਕ ਆਪਣੇ ਪੱਧਰ ਤੇ ਖੜੇ ਹੋਏ ਜੀ ਨੇ, ਉਹਨਾਂ ਨੇ ਕਮਾਲ ਹੀ ਕੀਤਾ, ਜਿਹਦੇ ਨਾਲ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਇਹਨੂੰ ਨੱਥ ਪਵੇ। ਅੱਛਾ ਜੀ ਯਾਨੀ ਇੱਕ ਹੀ ਇਹ ਬਹੁਤ ਤਾਂ ਤਗੜੀ ਜੀ ਮੀਡੀਆ ਨੂੰ ਸ਼ਾਬਾਸ਼ੀ ਅੰਤਰਰਾਸ਼ਟਰੀ ਪੱਧਰ ਤੇ ਦਿੱਤੀ ਗਈ। ਵੀ ਇੱਕ ਨੈਗੇਟਿਵ ਪੁਆਇੰਟ ਤਾਂ ਹੈ, ਆਪਾਂ ਨੂੰ ਪਤਾ ਹੀ ਹੈ ਉਹ ਤਾਂ, ਕਿ ਕੁਝ ਜੀ ਵਿਕਾਊ ਹੁੰਦੇ ਨੇ, ਉਹ ਹਰ ਪੇਸ਼ੇ 'ਚ ਹੀ ਹੁੰਦੇ ਨੇ। ਜਿਵੇਂ ਬਿਲਕੁਲ ਜੀ ਸਿੱਕਿਤਾ ਡਾਕਟਰੀ ਦੀ ਗੱਲ, ਉਸੇ ਤਰ੍ਹਾਂ ਜਿਹੜਾ ਵੀ ਮਰਜ਼ੀ ਪੇਸ਼ਾ ਲੈ ਲਈ, ਉਹਦੇ 'ਚ ਹਰ ਕਿਸਮ ਦੇ ਚੰਗੇ ਮਾੜੇ ਲੋਕ ਹੁੰਦੇ ਨੇ। ਜੀ ਪਰ ਇਹਦੇ ਵਿੱਚ ਹੁਣ ਇੰਟਰਸਟਿੰਗ ਜਿਹੜੀ ਸਿਸਟਮ ਵਿਚਲੀਆਂ ਘੁੰਮਣ ਘੇਰੀਆਂ, ਕੁਛ ਉਹਦੇ ਬੇਲੋੜੀ ਦੇਰੀ, ਗੇੜੇ ਲਵਾਈ ਜਾਣੇ, ਟੈਕਸ ਜੀ ਸਿਸਟਮ, ਬਿਲਕੁਲ ਜੀ ਮਿਡਲਮੈਨ, ਕਾਨੂੰਨ ਜਿਹੜੀ ਲੇਟ ਕੰਮ ਹੋਏਗਾ ਤਾਂ ਜੀ ਤੁਹਾਡਾ ਇਹ ਕੈਂਸਲ ਹੀ ਹੋ ਜਾਏਗਾ, ਸੋ ਉਹ ਛੇਤੀ ਕਰਾਉਣ ਦਾ ਜਿਹੜਾ ਡਰ, ਫਿਰ ਕਾਨੂੰਨ ਵਿਚਲੀਆਂ ਚੋਰ ਮੋਰੀਆਂ, ਬਹੁਤ ਕੁਛ ਜੇ ਬੇਅੰਤ ਜੀ ਜਿਹੜਾ ਭ੍ਰਿਸ਼ਟਾਚਾਰ ਨੂੰ ਜਨਮ ਦਿੰਦਾ ਹੈ। ਜਿਹਦੇ ਵਿੱਚ ਉਹਨਾਂ ਨੇ ਕਿਹਾ, ਮਤਲਬ ਉਹਦੀ ਇੱਕ ਜਿਹੜੀ ਇਬਾਰਤ ਦੀ ਡੈਫੀਨੇਸ਼ਨ ਪਤਾ ਕੀ ਬਣਾਈ ਸੀ, ਉਪਜੀ ਜੀ ਲੋੜ ਤੇ ਉਸਦੀ ਪੂਰਤੀ ਲਈ ਬਣੇ ਸਾਧਨਾਂ ਦੇ ਹੇਰ ਫੇਰ ਨੂੰ ਅੱਛਾ ਜੀ ਭ੍ਰਿਸ਼ਟਾਚਾਰ ਦਾ ਨਾਮ ਦਿੱਤਾ ਗਿਆ। ਜੀ ਜੀ ਵਾਕਈ ਜੀ ਬਹੁਤ ਹੀ ਇਹ ਤਾਂ ਗੱਲ ਧਿਆਨ ਵਾਲੀ ਹੈ ਤੇ ਕਿਤੇ ਨਾ ਕਿਤੇ ਇਹ ਸੱਚਾਈ ਵੀ ਹੈ ਜੀ, ਕਿਉਂਕਿ ਲੋੜਾਂ ਜਿਹੜੀਆਂ ਹੈਗੀਆਂ ਨੇ, ਕਿਉਂਕਿ ਹਰ ਇਨਸਾਨ ਦੀ ਲੋੜ ਹੈ, ਤਾਂ ਲੋੜਾਂ ਦੀ ਪੂਰਤੀ ਦੇ ਲਈ ਫਿਰ ਬੰਦਾ ਜਿਹੜਾ ਹੱਥ ਪੈਰ ਵੀ ਮਾਰਦਾ ਹੈ। ਤਾਂ ਫਿਰ ਹੱਥ ਪੈਰ ਮਾਰਨ ਲੱਗੇ, ਖਾਸ ਕਰ ਜੇ ਆਪਾਂ ਆਪਣੇ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਜਾਂ ਪੰਜਾਬੀ ਸੁਭਾਅ ਦੀ ਗੱਲ ਕਰੀਏ, ਤਾਂ ਇੱਥੋਂ ਦੇ ਤਾਂ ਲੋਕਾਂ ਦਾ ਹਾਲ ਹੀ ਇਹ ਹੁੰਦਾ ਹੈਗਾ ਕਿ ਕੰਮ ਕਰਾ ਲਓ ਯਾਰ, ਜਿਵੇਂ ਵੀ ਹੁੰਦਾ ਹੈਗਾ। ਅਤੇ ਜਿਵੇਂ ਅਕਸਰ ਕਹਿ ਦਿੰਦੇ ਕਿ ਸਿੱਧੀ ਉਂਗਲ ਨਾਲ ਨਹੀਂ ਤਾਂ ਟੇਢੀ ਉਂਗਲ ਨਾਲ ਸਹੀ, ਤਾਂ ਘਿਓ ਜਿਹੜਾ ਕੱਢਣ ਨੂੰ ਫਿਰਦੇ ਰਹਿੰਦੇ ਆ। ਪਰ ਉਸ ਚੱਕਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਅਸੀਂ ਜਿਹੜਾ ਖੁਦ ਪ੍ਰਮੋਟ ਵੀ ਕਰਦੇ ਰਹਿੰਦੇ ਹਾਂ। ਤਾਂ ਵਾਕਈ ਜੀ ਇਹ ਗੱਲਾਂ ਬਹੁਤ ਸਹੀ ਨੇ ਅਤੇ ਸੱਚੀਆਂ ਨੇ ਜਿਹੜੀਆਂ ਤੁਸੀਂ ਕਰ ਰਹੇ ਹੋ ਜੀ। ਹਾਂਜੀ, ਇੱਕ ਮਜ਼ੇਦਾਰ ਗੱਲ ਹੋਰ ਦੱਸਾਂ, ਉਹਨਾਂ ਹਾਂਜੀ ਨੇ ਹਾਂਜੀ ਜੋ ਅੰਤਰਰਾਸ਼ਟਰੀ ਪੱਧਰ ਤੇ ਖੋਜ ਕਰਕੇ ਦੱਸੀ। ਹੁਣ ਉਹ ਮਜ਼ੇਦਾਰ ਗੱਲ ਸੁਣੋ ਕਿ ਸਿਆਸਤਦਾਨ ਆਪਣੀ ਮੁਕਤ ਕਿਵੇਂ ਦਿਖਾਉਂਦਾ। ਜੀ ਜੇ ਤੁਸੀਂ ਪਹਿਲੀ ਵਾਰ ਗਏ, ਜਾ ਕੇ ਕਿਹਾ ਹਾਂਜੀ ਆਹ ਕੰਮ ਕਰੋ, ਇਹ ਮੇਰਾ ਹੈ, ਉਹ ਕਹਿੰਦਾ ਹਾਂਜੀ ਸਹੀ ਕੰਮ ਹੈ, ਲਓ ਜੀ ਹੋ ਗਿਆ ਜੀ, ਜਾਓ ਜੀ। ਜੀ ਤਾਂ ਉਹ ਕਹਿੰਦੇ ਜੀ ਇਨਸਾਨੀ ਮਨ ਦੀ ਜਿਹੜੀ ਅਵਸਥਾ ਇਦਾਂ ਦੀ ਹੈ ਕਿ ਉਹ ਪਰਉਪਕਾਰ ਦਾ ਕੰਮ ਜਿਹੜਾ ਇੰਨੀ ਛੇਤੀ ਹੋ ਗਿਆ ਹੋਵੇ, ਉਹਨੂੰ ਭੁਲਾ ਦਿੰਦਾ ਹੈ। ਜੀ ਇਹ ਨੁਕਤਾ ਅੰਤਰਰਾਸ਼ਟਰੀ ਪੱਧਰ ਤੇ ਉੱਠਿਆ ਸੀ, ਜਿਸ ਸਦਕਾ ਉਹਨਾਂ ਨੇ ਕਿਹਾ ਵੀ ਬਹੁਤ ਸਾਰੀ ਥਾਈਂ ਜਿਹੜੇ ਸਿਆਸਤਦਾਨ ਰਾਜ ਸੰਭਾਲਣ ਤੇ ਆ ਜਾਂਦੇ ਨੇ, ਉਹ ਪਹਿਲੇ ਆਪਣੇ ਹਿੱਸੇ ਦਾ ਜਿਹੜਾ ਉਹਨਾਂ ਦਾ, ਜਿੰਨੇ ਫਰਜ਼ ਕਰੋ 4 ਸਾਲ ਦਾ ਜਾਂ 5 ਸਾਲ ਦਾ ਜਾਂ 6 ਜੀ ਸਾਲ ਦਾ ਉਹਨਾਂ ਨੇ ਰਾਜ ਕਰਨਾ, ਤਾਂ ਉਹ ਪਹਿਲੇ ਜਿਹੜੇ 4 ਸਾਲ, ਜੇ 5 ਸਾਲ ਦਾ ਕਰਨਾ ਤਾਂ ਪਹਿਲੇ 4 ਸਾਲ ਉਹ ਸਿਰਫ ਲਾਰੇ ਲਾਣ ਦਾ ਕੰਮ ਕਰਦੇ ਨੇ। ਤੇ ਬਿਲਕੁਲ ਜੀ ਅਖੀਰੀ ਸਮੇਂ ਵਿੱਚ ਹੀ ਜਿਹੜਾ ਤਰਸਾ ਕੇ ਕੀਤਾ ਉਹਨਾਂ ਨੂੰ ਵੀ ਆਹ ਕੰਮ ਹੋਇਆ, ਪਰ 100 ਗੇੜੇ ਮਾਰ ਕੇ, ਯਾਨੀ ਉਹ ਜੀ ਬੰਦਾ ਪਰਮਾਨੈਂਟਲੀ ਇੱਕ ਉਹਦੇ ਦਿਮਾਗ ਉੱਤੇ ਯਾਨੀ ਇੱਕ ਕਹਿ ਲਓ ਕੁਛ ਦਾਗ ਪੈ ਜਾਣਾ ਜੀ ਕਿ ਹਾਂਜੀ ਆਹ ਕੰਮ ਦੇ ਇੰਨੇ ਗੇੜਿਆਂ ਬਾਅਦ ਆਹ ਮੇਰਾ ਕੰਮ ਹੋਇਆ, ਇਹਨੇ ਕੀਤਾ, ਤਾਂ ਉਹ ਦਿਮਾਗ ਵੀ ਭੁੱਲਦਾ ਨਹੀਂ। ਸੋ ਬਿਲਕੁਲ ਜੀ ਇਸੇ ਲਈ ਸਿਆਸਤਦਾਨ ਜਾਂ ਸਿਆਸੀ ਪਾਰਟੀਆਂ, ਕੰਮ ਹਾਂਜੀ ਹੋਏਗਾ ਜ਼ਰੂਰ, ਠੀਕ ਕੰਮ ਹੋਣ ਵਾਲਾ ਵੀ, ਜੀ ਲਟਕਾ ਕੇ ਅਖੀਰੀ ਸਮੇਂ ਉਦੋਂ ਤੱਕ ਲੈ ਜਾਂਦੇ ਨੇ ਕਿ ਅਗਲੀਆਂ ਚੋਣਾਂ 'ਚ ਇਹਦੀ ਵਰਤੋਂ ਕੀਤੀ ਜਾਏ ਕਿ ਆਹ ਮੈਂ ਕੀਤਾ। ਹੁਣ ਅਸੀਂ ਆਪਣੇ ਪੰਜਾਬ ਅੰਦਰ ਵੀ ਝਾਤ ਮਾਰ ਲਈਏ ਤਾਂ ਤੁਸੀਂ ਦੇਖੋਗੇ ਇਹੀ ਕੁਛ, ਇਹੀ ਵਰਤਾਰਾ ਚੱਲਦਾ ਆ ਰਿਹਾ। ਬਿਲਕੁਲ ਜੀ ਹੁਣ ਇਹਦੇ ਵਿੱਚ ਹੁਣ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੁੰਦਾ ਜੇ, ਜੀ ਉਹ ਇੱਕ ਯਾਨੀ ਉਹ ਸਿਸਟਮ ਜਿਹਨੂੰ ਕਹਿ ਲਓ ਕਿ ਪੂਰੀ
ਯਾਨੀ ਐਂਟੀ ਕਰਪਸ਼ਨ ਪੂਰਾ ਮਹਿਕਮਾ ਵੀ ਜਿੱਥੇ ਚੱਲਦਾ ਹੋਏ। ਹੁਣ ਹਾਸੇ ਦੀ ਗੱਲ ਹੀ ਹੈ, ਮੈਂ ਵੀ ਜਦੋਂ ਰਿਸਰਚ ਪੇਪਰ ਪੜ੍ਹ ਰਹੀ ਸਾਂ ਅੱਛਾ ਜੀ। ਕਿ ਕਈ ਮੁਲਕਾਂ 'ਚ ਉਹ ਐਂਟੀ ਕਰਪਸ਼ਨ ਮਹਿਕਮਾ ਹੀ ਆਪ ਭ੍ਰਿਸ਼ਟਾਚਾਰ ਦੇ ਰਾਹੀਂ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਮਦਦ ਕਰ ਰਿਹਾ ਹੁੰਦਾ। ਯਾਨੀ ਸੋਚ ਲਓ ਜੀ ਫਿਰ ਜੀ, ਰੋਕਣੀ ਕਿਸਨੇ ਹੈ। ਬਿਲਕੁਲ ਹੁਣ ਇਹ ਜੀ। ਕਮਿਸ਼ਨ ਏਜੰਟ ਨੇ ਜਿਨ੍ਹਾਂ ਵਿੱਚ ਮਿਸਾਲ ਵਜੋਂ ਇੱਕ ਮੈਂ ਤੁਹਾਨੂੰ ਹੁਣ ਦੱਸਦੀ ਹਾਂ ਵੀ ਇੱਕ ਵੇਲਾ ਆਇਆ ਸੀ ਜਦੋਂ ਅਮਰੀਕਾ ਦੀਆਂ ਕੁਝ ਕੰਪਨੀਆਂ ਨੇ ਆਪਣਾ ਫੈਸਲਾ ਕਰ ਲਿਆ ਕਿ ਅਸੀਂ ਦੂਜੇ ਮੁਲਕ 'ਚ ਮਾਲ ਵੇਚਣ ਲੱਗਿਆਂ ਬਿਲਕੁਲ ਹੀ ਨਹੀਂ, ਅਸੀਂ 1% ਵੀ ਕਿਸੇ ਨੂੰ ਨਹੀਂ ਦੇਣਾ। ਅੱਛਾ ਜੀ। ਹੁਣ ਉਹਦੇ ਵਿੱਚ ਹਾਲ ਇਹ ਹੋ ਗਿਆ ਕਿ ਸਿਰਫ 3 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਦਾ ਪੂਰੀ ਤਰ੍ਹਾਂ ਮਾਲ ਵਿਕਣਾ ਬੰਦ ਹੋ ਗਿਆ, ਰਿਜੈਕਸ਼ਨ ਹੋ ਗਈ ਥਰੂ ਆਊਟ ਵਰਲਡ। ਜੀ ਹੁਣ ਉਹ ਸੁਣ ਲਓ ਕਿ ਕਿਨਾਰਾ ਕਰਨ ਵਿੱਚ 3 ਮਹੀਨੇ ਦੀ ਗੱਲ ਕਰ ਰਹੀ ਹਾਂ, ਇਸ ਨੀਤੀ ਨਾਲ 45 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ, ਜਿਸ ਤੇ ਉਹਨਾਂ ਨੇ ਤੌਬਾ ਕੀਤੀ ਭਾਈ ਹੁਣ ਹਰ ਜਿੰਨਾ ਵੀ ਇੰਟਰਨੈਸ਼ਨਲ ਟ੍ਰੇਡ ਹੋਏਗਾ ਉਹਦੇ ਚ ਇਨਬਿਲਟ ਉਹਨਾਂ ਨੇ ਕਿਹਾ ਕਿ ਇੰਨਾ % ਜਿਹੜਾ ਪਰਸੈਂਟੇਜ ਯਾਨੀ ਕਮਿਸ਼ਨ ਵਿੱਚ ਹੀ ਵਾੜ ਕੇ ਰੱਖ ਦਿੱਤੀ ਕਿ ਲਓ ਜੀ ਇਹ ਤਾਂ ਪੱਕੀ ਤੌਰ ਤੇ ਹੀ ਜਾਣਾ। ਅੱਛਾ ਜੀ। ਉਹਨੂੰ ਅਲੱਗ ਕਮਿਸ਼ਨ ਕਹਿਣ ਦੀ ਥਾਂ ਕਿਹਾ ਜੀ ਲਓ ਜੀ ਇਹ ਤਾਂ ਹੋਣਾ ਹੀ ਹੈ, ਆ ਲਓ ਫੜੋ। ਯਾਨੀ ਇਨਬਿਲਟ ਕਰਪਸ਼ਨ ਅਸੀਂ ਸ਼ੁਰੂ ਕਰ ਦਿੱਤੀ ਤਾਂ ਕਿ ਇੰਨਾ ਨੁਕਸਾਨ ਕੌਣ ਸਹਾਰ ਸਕਦਾ। ਹੁਣ ਬਿਲਕੁਲ ਜੀ। ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਲਿਖੀ ਸੀ, ਮੈਂ ਨਾਮ ਲੈ ਕੇ ਹੀ ਦੱਸਣਾ ਚਾਹੁੰਦੀ ਹਾਂ ਉਸ, ਕਿਉਂਕਿ ਖੋਜ ਪੱਤਰ ਹੈ। ਦੇਖੋ ਬਿਲਕੁਲ ਮੈਂ ਜੀ। ਸਪਸ਼ਟ ਕਰ ਦਿਆਂ ਕਿ ਨਾ ਤੁਸੀਂ ਨਾ ਮੈਂ ਅਸੀਂ ਕਿਸੇ ਉੱਤੇ ਸਿੱਧੀ ਉਂਗਲ ਨਹੀਂ ਲਾ ਰਹੇ, ਕੌਣ ਕਰਪਟ ਹੈ ਕੌਣ ਨਹੀਂ ਹੈ। ਬਹੁਤ ਦੁਨੀਆ ਨੇਕ ਵੀ ਹੈ, ਚੰਗੇ ਲੋਕ ਭਰੇ ਪਏ ਨੇ, ਤਾਂ ਹੀ ਦੁਨੀਆ ਚੱਲ ਰਹੀ ਹੈ। ਪਰ ਆਪਾਂ ਬਿਲਕੁਲ ਜੀ। ਖੋਜ ਪੱਤਰ ਤੇ ਗੱਲ ਕਰ ਰਹੇ ਹਾਂ, ਕਿਸੇ ਤੇ ਉਂਗਲ ਨਹੀਂ ਚੁੱਕ ਰਹੇ। ਹੁਣ ਜੀ ਕਾਪਿਟਸ ਤੇ ਕ੍ਰੇਗ 1997 ਵਿੱਚ ਉਹਨਾਂ ਨੇ ਜਿਹੜੇ ਪੇਪਰ ਪਬਲਿਸ਼ ਕਰਕੇ ਇਹਦੇ ਚ ਦਿੱਤੇ ਸਨ, ਠੀਕ ਹੈ ਜੀ। ਉਹਨਾਂ ਨੇ ਲਿਖਿਆ ਕਿ ਜਦੋਂ ਮੁਲਕ ਦੀਆਂ ਨੀਤੀਆਂ 'ਚ ਤਬਦੀਲੀ ਆਉਣੀ ਹੋਵੇ ਤਾਂ ਉਹ ਜਿਹੜਾ ਭ੍ਰਿਸ਼ਟ ਉਹਨਾਂ ਦੀ ਸੋਚ ਹੁੰਦੀ ਆ ਉਹਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਸਿਵਲ ਸਰਵੈਂਟਸ ਯਾਨੀ ਜੋ ਜੀ IAS ਨੌਕਰਸ਼ਾਹ, ਪੋਸਟਾਂ ਤੇ ਬਿਲਕੁਲ ਹੁੰਦੇ ਜੀ। ਨੇ, ਪ੍ਰਸ਼ਾਸਨਿਕ ਅਧਿਕਾਰੀ, ਜੀ ਉਹਨਾਂ ਦੀ ਹੁੰਦੀ ਹੈ, ਜਿਨ੍ਹਾਂ ਨੇ ਦੂਜੇ ਮੁਲਕ ਦੇ ਆਪਣੇ ਨਾਲ ਦੇ ਸਾਥੀ ਉੱਥੋਂ ਦੇ ਸਿਵਲ ਸਰਵੈਂਟਸ, ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਬਿਠਾ ਕੇ ਸਾਰਾ ਇਹ ਕੰਮ ਤੋਰਨਾ ਹੁੰਦਾ। ਤੇ ਫਿਰ ਕਿਸ ਤਰੀਕੇ ਕਿੰਨੇ ਫੀਸਦ ਉੱਪਰ ਜਾਣਾ, ਯਾਨੀ ਜਿਹੜੇ ਮੰਤਰੀ ਉਹਨਾਂ 'ਚ ਇਨਵੋਲਵ ਜਾਂ ਉੱਪਰ ਤੱਕ, ਜੀ। ਮੈਨੂੰ ਨਹੀਂ ਪਤਾ ਕਿਸ ਪੱਧਰ ਤੱਕ, ਉਹਨਾਂ ਨੇ ਤਾਂ ਲਿਖਿਆ ਟੌਪ ਮੋਸਟ ਲੈਵਲ ਅੱਛਾ ਤੱਕ, ਜੀ। ਜੋ ਖੋਜ ਪੱਤਰ 'ਚ ਲਿਖਿਆ। ਠੀਕ ਹੈ ਜੀ। ਸੋ ਉਹ ਕਿਵੇਂ ਉਸ ਇੱਕ ਬੰਦੇ ਨੂੰ ਜਾਂਦਾ ਹੈ, ਕਿ ਉਸ ਪਾਰਟੀ ਸਮੂਹ ਨੂੰ ਜਾਂਦਾ ਹੈ, ਕਿਸ ਤਰੀਕੇ ਇਹ ਉੱਥੇ ਹੇਰਾ ਫੇਰੀ ਹੁੰਦੀ ਹੈ, ਉਹਦੇ ਬੜੀ ਡਿਟੇਲਡ ਢੰਗ ਤਰੀਕੇ ਕਿ ਕਿਵੇਂ ਕਲੀਨ ਕਰਕੇ ਇਹ ਵੀ ਕਿਸੇ ਤੇ ਕਿਸੇ ਦਾ ਨਾਮ ਨਾ ਆਵੇ, ਕਿਵੇਂ ਮਿਡਲਮੈਨ ਸਾਰਾ ਇਹ ਅਰੇਂਜ ਕਰਦੇ ਨੇ। ਕਈ ਵਾਰ ਤਾਂ ਉਹ ਮੁਲਕ ਦੇ ਅੰਦਰ ਰੱਖਦੇ ਹੀ ਨਹੀਂ। ਮਿਸਾਲ ਵਜੋਂ ਕਿ ਜੇ ਅਮਰੀਕਾ ਤੋਂ ਭਾਰਤ ਆਣਾ ਤਾਂ ਉਹ ਜੀ ਜਿਹੜੇ 5 ਬੰਦੇ ਟੌਪ ਦੇ, ਜਿਨ੍ਹਾਂ ਦੇ ਨਾਲ ਅੱਗੋਂ ਭਾਵੇਂ 50-50 ਬੰਦੇ ਹੋਣ, ਉਹਨਾਂ ਨੇ ਕਿਸ ਤਰੀਕੇ ਆਪਣਾ ਕਮਿਸ਼ਨ ਕਿਹੜੇ ਮੁਲਕ ਵਿੱਚ ਕਿੰਨੇ ਫੀਸਦ ਤੇ ਕਿਸ ਬੰਦੇ ਦੇ ਨਾਮ ਤੇ ਰਖਾਣਾ, ਬੇਨਾਮੀ ਕਿਵੇਂ ਜਾਇਦਾਦ ਲੈਣੀ ਹੈ, ਸਾਰੀਆਂ ਚੀਜ਼ਾਂ ਜੀ। ਇਹ ਵਿੱਚ ਪਹਿਲਾਂ ਹੀ ਫਿਕਸ ਕੀਤੀਆਂ ਜਾਂਦੀਆਂ ਨੇ, ਫਿਰ ਇੰਟਰਨੈਸ਼ਨਲ ਟ੍ਰੇਡ ਸ਼ੁਰੂ ਹੁੰਦਾ ਜੇ। ਅੱਛਾ ਜੀ। ਯਾਨੀ ਇਹ ਚੀਜ਼ਾਂ ਫਿਰ ਉਹਨਾਂ ਦੇ ਵਿੱਚ ਇੰਟਰਸਟਿੰਗ ਚੀਜ਼ ਸੁਣੋ ਕਿ ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਟੂ ਦਿਸ ਐਕਸਟੈਂਟ ਕਿ ਇਹਦੇ ਵਿੱਚ ਉਹਨਾਂ ਦੇ ਸਾਲਾਨਾ ਜੀ ਅੰਤਰਰਾਸ਼ਟਰੀ ਜੋ ਉਹਨਾਂ ਨੇ ਆਪਣੇ ਟੱਬਰ ਸਮੇਤ ਘੁੰਮ ਕੇ ਆਣਾ, ਮਹੀਨਾ ਭਰ ਬਾਹਰ ਰਹਿਣਾ, ਉਹਨਾਂ ਵਿੱਚ ਟ੍ਰੇਨਿੰਗਸ ਦੇ ਨਾਮ ਦੇ ਹੇਠ ਆਪਣੀ ਅਯਾਸ਼ੀ ਕਰਨੀ ਹੈ, ਜਾਂ ਅੱਛਾ ਜੀ। ਆਪਣੇ ਪੁੱਤਰ ਧੀਆਂ ਸੈੱਟ ਕਰਵਾ ਦੇਣੇ ਨੇ, ਜਾਂ ਦੂਜੇ ਮੁਲਕਾਂ ਦੇ ਵਿੱਚ ਕੋਈ ਅੱਛੀ ਸਰਕਾਰੀ ਜੌਬ ਵਿੱਚ ਅੜਾਣੇ ਨੇ। ਯਾਨੀ ਇਹ ਸਾਰੀਆਂ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੀ ਗੱਲ ਇਹਨਾਂ ਨੇ ਕਹੀ। ਇੱਕ ਜੀ ਭਾਰਤ ਦਾ ਨਾਮ ਬੜਾ ਉੱਥੇ ਇੱਕ ਗੱਲ ਤੇ ਜਿਹੜਾ ਜ਼ਿਕਰ ਕਰਨਾ ਅੱਛਾ ਜੀ। ਚਾਹਾਂਗੀ, ਜੇ ਸਮਾਂ ਦਿਓ ਤਾਂ ਮੈਂ ਜੀ ਜ਼ਰੂਰ ਜੀ, ਹਾਂਜੀ ਉਹਦੀ ਹਾਂਜੀ, ਗੱਲ ਬਿਲਕੁਲ ਜੀ, ਕਰਨਾ। ਬਿਲਕੁਲ ਜੀ, ਜ਼ਰੂਰ ਅਸੀਂ ਵੀ ਜਾਣਨਾ ਚਾਹਾਂਗੇ ਜੀ, ਕਿਉਂਕਿ ਭਾਰਤ ਦੇ ਅਸੀਂ ਸਾਰੇ ਹੈਗੇ ਹਾਂ ਤੇ ਅਸੀਂ ਤਾਂ ਇਹੀ ਅਕਸਰ ਨਿੱਕੇ ਹੁੰਦੇ ਤੋਂ ਗੱਲ ਵੀ ਇਹ ਵੀ ਕਹਿੰਦੇ ਆ ਕਿ ਮੇਰਾ ਦੇਸ਼ ਮਹਾਨ
ਤੇ 100 ਚੋਂ 99 ਬੇਈਮਾਨ। ਸੋ ਇਦਾਂ ਦੇ ਆਪਾਂ ਮੁਹਾਵਰੇ ਤਾਂ ਬੋਲਦੇ ਆ ਰਹੇ ਹੈਗੇ, ਪਰ ਸੱਚਾਈਆਂ ਕੀ ਨੇ? ਖਾਸ ਕਰਕੇ ਜਦੋਂ ਆਪਾਂ ਖੋਜ ਪੱਤਰ ਪੜ੍ਹ ਰਹੇ ਹੋਈਏ, ਖੋਜ ਪੱਤਰ ਕਿਉਂਕਿ ਖੋਜ ਤੋਂ ਬਾਅਦ ਹੀ ਛਾਪੇ ਜਾਂਦੇ ਆ ਜੀ, ਸਕੋਲਰਾਂ ਦੁਆਰਾ, ਵੱਖ-ਵੱਖ ਜਿਹੜੇ ਹੁੰਦੇ ਨੇ ਮਾਹਿਰਾਂ ਦੁਆਰਾ ਲਿਖੇ ਜਾਂਦੇ ਨੇ, ਤੇ ਵੱਖ-ਵੱਖ ਫੈਕਟਸ ਹੁੰਦੇ ਨੇ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਖੰਗਾਲਦੇ ਨੇ ਤੇ ਖੰਗਾਲਣ ਤੋਂ ਬਾਅਦ ਹੀ ਛਾਪਿਆ ਜਾਂਦਾ ਹੈਗਾ। ਸੋ ਕੀ ਲਿਖਿਆ ਗਿਆ ਜੀ ਭਾਰਤ ਬਾਰੇ? ਅਸੀਂ ਚਾਹਾਂਗੇ ਕਿ ਸਰੋਤੇ ਵੀ ਜ਼ਰੂਰ ਜਾਣਨ ਇਸ ਗੱਲ ਨੂੰ। ਬੜੀ ਮਜ਼ੇਦਾਰ ਗੱਲ ਲਿਖੀ ਹੈ ਜੀ। ਕਹਿੰਦੇ ਭਾਰਤ ਵਿੱਚ, ਹੁਣ ਇਹ ਸ਼ਬਦ ਬੋਲਦੇ ਆ ਮੈਨੂੰ ਸ਼ਰਮ ਹੀ ਆਉਂਦੀ ਹੈ, ਤੁਸੀਂ ਭਾਰਤ ਮਹਾਨ ਪਹਿਲਾਂ ਹੀ ਕਹਿਤਾ। ਜੀ ਭਾਰਤ ਵਿੱਚ ਕੋਈ ਵੀ, ਉਹਨਾਂ ਨੇ ਲਿਖਿਆ ਸ਼ਾਇਦ ਲਫ਼ਜ਼ ਲਿਖਿਆ, ਮੈਨੂੰ ਉਹੀ ਪੜ੍ਹਾਂ ਕਿ ਮੇਰੇ ਤੇ ਨਾ ਕੋਈ ਉਂਗਲ ਚੁੱਕੇ। ਜੀ ਸ਼ਾਇਦ ਹੀ ਕੋਈ ਮਹਿਕਮਾ ਜਾਂ ਕੋਈ ਅਜਿਹਾ ਥਾਂ ਹੋਏਗਾ ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ। ਜੀ ਦੂਜੀ ਗੱਲ ਲਿਖੀ ਉਹਨਾਂ ਨੇ ਕਿ ਭਾਰਤ ਵਿੱਚ ਇਸ ਕਰਕੇ ਪ੍ਰਫੁੱਲਿਤ ਬੜੀ ਤੇਜ਼ੀ ਨਾਲ ਹੋਇਆ ਕਿਉਂਕਿ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਉੱਪਰਲੀ ਕਮਾਈ ਜੋ ਚੁੱਪ ਚਪੀਤੇ ਆਪਣੀਆਂ ਬਾਹਰਲੀਆਂ ਲੋੜਾਂ ਨੇ ਉਹਨਾਂ ਲਈ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਅੰਦਰਲੇ ਡਰ ਨੂੰ ਪਾਲਦੇ ਰਹਿਣ, ਨਾ ਤਾਂ ਮੰਤਰੀਆਂ ਤੇ ਉਂਗਲ ਚੁੱਕਣ, ਨਾ ਤਨਖਾਹਾਂ ਵਧਾਉਣ ਦੀ ਕੰਮ ਕਰਨ। ਸੋ ਉਹਨਾਂ ਨੂੰ ਚੋਰ ਮੋਰੀਆਂ ਰਾਹੀਂ ਸਰਕਾਰੀ ਪੈਸੇ ਦੀ ਦੁਰਵਰਤੋਂ ਲਈ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਆਹ ਲਾਈਨਾਂ ਨੇ, ਹੁਣ ਉਹਦੇ ਅੱਗੇ ਸੁਣੋ ਕੀ ਉਹਦੇ ਵਿੱਚ ਕਹਿੰਦੇ ਨੇ। ਮਿਸਾਲ ਵਜੋਂ ਇਹਨਾਂ ਦੀ ਬਿਜਲੀ, ਇਹਨਾਂ ਦਾ ਪਾਣੀ, ਇਹਨਾਂ ਦਾ ਘਰ ਦਾ ਕੰਮਕਾਰ, ਇਹਨਾਂ ਦੀਆਂ ਪਤਨੀਆਂ ਦੀਆਂ ਲੋੜਾਂ, ਇਹਨਾਂ ਦੀਆਂ ਬੱਚਿਆਂ ਦੀਆਂ ਲੋੜਾਂ, ਇਹਨਾਂ ਨੂੰ ਮੁਫਤ ਪੈਟਰੋਲ, ਇਹਨਾਂ ਦੀ ਯਾਨੀ ਬੰਦੇ ਦਿੱਤੇ ਹੋਏ ਘਰਾਂ ਦੇ ਕੰਮ ਲਈ ਉਹਨਾਂ ਨੂੰ ਵਰਤਣਾ, ਸਰਕਾਰੀ ਬੰਦਿਆਂ ਨੂੰ ਹੀ, ਫਿਰ ਗੱਡੀਆਂ ਦੇ ਡਰਾਈਵਰ ਤੋਂ ਲੈ ਕੇ ਇਹਨਾਂ ਦੀਆਂ ਇੰਟਰਨੈਸ਼ਨਲ ਟ੍ਰੇਨਿੰਗਸ, ਫਿਰ ਇਹਨਾਂ ਦੇ ਜਿੰਨੇ ਜਿਹੜੀ ਇਹਨਾਂ ਨੇ ਬਾਹਰ ਘੁੰਮਣਾ ਫਿਰਨਾ, ਉਹਨਾਂ ਤੋਂ ਇਲਾਵਾ ਇਹਨਾਂ ਨੂੰ ਇੰਨੀ ਕੁ ਯਾਨੀ ਖੁੱਲ੍ਹ ਕਈ ਵਾਰ ਦੇ ਦਿੱਤੀ ਜਾਂਦੀ ਹੈ ਕਿ ਬਿਲਕੁਲ ਹਰ ਗਲਤ ਕੰਮ ਤੇ ਦਸਤਖਤ ਕਰੀ ਜਾਣ। ਉਹਦੇ ਵਾਸਤੇ ਇਹਨਾਂ ਦੀ ਜਾਇਦਾਦ ਕਈ ਵਾਰ ਮੰਤਰੀਆਂ ਤੋਂ ਜਿਨ੍ਹਾਂ ਦੇ ਅਧੀਨ ਕੰਮ ਕਰਦੇ ਨੇ ਵੀ ਕਈ ਗੁਣਾ ਵੱਧ ਹੋਈ ਲੱਭੀ ਗਈ ਹੈ। ਯਾਨੀ ਏਦਾਂ ਦੀ ਚੀਜ਼ ਲਿਖੀ, ਪਰ ਉਹਦੇ ਵਿੱਚ ਮੈਂ ਇੱਕ ਗੱਲ ਬੜੀ ਸਪਸ਼ਟ ਰੂਪ ਵਿੱਚ ਕਹਿ ਦਿਆਂ, ਮੇਰੇ ਖਿਆਲ ਤੁਸੀਂ ਵੀ ਮੇਰੇ ਨਾਲ ਮੰਨੋਗੇ। ਅਸੀਂ ਨਹੀਂ ਕਹਿੰਦੇ ਕਿ ਹਰ ਇੱਕ ਅਧਿਕਾਰੀ ਇਹੀ ਪਾਸੇ ਤੁਰਦਾ। ਬਿਲਕੁਲ ਜੀ, ਇੱਥੇ ਬਹੁਤ ਨੇਕ ਬੰਦੇ ਨੇ, ਬਹੁਤ ਚੰਗੇ ਬੰਦੇ ਨੇ ਜਿਨ੍ਹਾਂ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਉਹਨਾਂ ਦੇ ਆਪਣੇ ਬੱਚੇ ਕੁਝ ਅਚੀਵ ਹੀ ਨਹੀਂ ਕਰ ਸਕੇ ਕਿਉਂਕਿ ਉਹ ਸਾਰਾ ਆਪਣਾ ਸਮਾਂ ਜ਼ਿੰਦਗੀ ਦਾ ਪੰਜਾਬ ਦੀ ਬਿਹਤਰੀ ਲਈ ਲਾਉਂਦੇ ਰਹੇ, ਜਿਹਦੇ ਵਿੱਚ ਉਹਨਾਂ ਨੇ ਆਪਣੇ ਬੱਚੇ ਨਹੀਂ ਸੈੱਟ ਕੀਤੇ। ਇੱਕ ਐਗਜ਼ਾਮਪਲ ਬਣ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਉਹਨਾਂ ਦੇ ਤੁਰ ਜਾਣ ਬਾਅਦ ਵੀ ਯਾਦ ਕੀਤਾ ਜਾਂਦਾ। ਬਿਲਕੁਲ ਜੀ। ਸੋ ਇਹੋ ਜਿਹੇ ਵੀ ਸਨ ਜਿਨ੍ਹਾਂ ਸਦਕਾ ਅਸੀਂ ਅੱਜ ਦਾ ਜੋ ਉਹਨੂੰ ਮਾਡਰਨ ਇੰਡੀਆ ਕਹਿੰਦੇ ਹਾਂ ਜਿੱਥੇ ਅਸੀਂ ਪਹੁੰਚਾ ਸਕੇ। ਪਰ ਕਿਉਂਕਿ ਉਹ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਭ੍ਰਿਸ਼ਟ ਲੋਕਾਂ ਦੀ, ਜਿਸ ਵਿੱਚ ਅੰਤਰਰਾਸ਼ਟਰੀ ਵਪਾਰ ਹੀ, ਜਿਸ ਨੂੰ ਆਪਾਂ ਇਹ ਨਾਮ ਦੇ ਦਿੱਤਾ ਗਿਆ ਵੀ ਇਹਦੇ ਉੱਤੇ ਹੀ ਆਧਾਰਿਤ ਹੈ, ਉਹਦੇ ਵਿੱਚ ਸੰਨ 2021 ਦੀ ਕਰਪਸ਼ਨ ਪਰਸੈਪਸ਼ਨ ਇੰਡੈਕਸ, ਜੋ ਮੇਰਾ ਖਿਆਲ ਸਾਰਿਆਂ ਨੇ ਪੜ੍ਹੀ ਹੋਣੀ ਹੈ, ਵੱਡੀਆਂ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਛਪੀਆਂ ਸੀ, ਕਿ 180 ਮੁਲਕਾਂ ਵਿੱਚੋਂ ਭਾਰਤ ਦਾ ਨਾਂ 85ਵੇਂ ਨੰਬਰ ਤੇ ਉੱਤੇ ਸੀ। ਉਹਦੇ ਵਿੱਚ ਕਮਿਸ਼ਨਾਂ ਦੀ ਪੋਲ ਵੱਡੇ ਪੱਧਰ ਤੇ ਖੋਲੀ ਗਈ ਸੀ। ਪਰ ਅਫਸੋਸ ਇਹ ਹੁਣ ਕਰਪਸ਼ਨ ਛਲਾਂਗਾ ਮਾਰਦੀ 1 ਸਾਲ ਵਿੱਚ ਹੀ ਕੋਵਿਡ ਦੌਰਾਨ ਜੋ ਅੱਤ ਚੁੱਕੀ ਗਈ। ਮੇਰਾ ਖਿਆਲ ਹੈ ਹੁਣ ਉਹ ਤਾਂ ਮੀਡੀਆ 'ਚ ਨਸ਼ਰ ਹੋਈਆਂ ਗੱਲਾਂ, ਲੋਕੀ ਬਕਾਇਦਾ ਉਹਦੇ ਪੇਪਰਸ ਲਈ ਫਿਰਦੇ ਨੇ, ਪ੍ਰੂਫ ਲਈ ਫਿਰਦਾ ਮੀਡੀਆ ਵੀ ਕਿੱਟਾਂ 'ਚ ਕਿਵੇਂ ਹੇਰਾ ਫੇਰੀ ਹੋਈ, ਕਿਵੇਂ ਯਾਨੀ ਤੁਸੀਂ ਹੈਂਡ ਵਾਸ਼ ਦੇ ਵਿੱਚ ਕਿਸ ਤਰੀਕੇ 4-4 5-5 ਗੁਣਾ ਉੱਥੋਂ ਲਿਆ ਗਿਆ, ਕੀ ਕੁਛ ਯਾਨੀ ਆਕਸੀਜਨ ਦੇ ਸਿਲੰਡਰਾਂ ਤੋਂ ਲੈ ਕੇ ਯਾਨੀ ਉਹ ਹਾਲ ਕਰ ਛੱਡਿਆ ਕਿ ਇਹਨਾਂ ਦੀਆਂ ਦਵਾਈਆਂ, ਇਹਨਾਂ ਦੀਆਂ ਕਿੱਟਾਂ ਟੈਸਟਾਂ ਦੀਆਂ ਕੋਈ ਚੀਜ਼ ਨਹੀਂ ਛੱਡੀ ਗਈ ਜਿੱਥੇ ਸਿਖਰ ਨਾ ਤਰੀਕੇ ਨਾਲ ਲੁੱਟਿਆ ਨਾ ਗਿਆ ਹੋਏ, ਮਾਰ ਮੁਕਾਏ ਗਏ ਲੋਕ, ਇੱਥੋਂ ਤੱਕ ਕਿ ਲਾਸ਼ਾਂ ਦੇ ਉੱਤੇ ਵੀ ਏਜੰਟਾਂ ਦੇ ਨੇ ਉਹਨਾਂ ਤੋਂ ਕਮਿਸ਼ਨਾਂ ਨੂੰ ਲੈ ਕੇ ਲਾਸ਼ਾਂ ਸਾੜਨ ਲਈ ਵੀ ਪ੍ਰਬੰਧ ਹੁੰਦਾ ਸੀ। ਕਈ ਦਿਨ ਲਾਸ਼ਾਂ ਐਮਰਜੈਂਸੀ ਵੈਨਾਂ 'ਚ ਜਾਂ ਸੜਕਾਂ ਕਿਨਾਰੇ ਪਈਆਂ ਰਹਿਣੀਆਂ। ਤਾਂ ਟੈਕਸੀ ਵਾਲਿਆਂ ਨੇ ਵੀ ਅੱਤ ਕਰ ਦਿੱਤੀ ਸੀ, ਐਂਬੂਲੈਂਸ ਵਾਲਿਆਂ ਨੇ, ਯਾਨੀ ਕੋਈ ਛੱਡਿਆ ਹੀ ਨਹੀਂ ਗਿਆ। ਬਿਲਕੁਲ ਜੀ, ਮੈਂ ਖੁਦ ਇਸ ਗੱਲ ਤੇ ਮੈਂ ਤਾਂ ਖੁਦ ਵੀ ਦੇਖਿਆ ਕਿ
ਜਿਸ ਤਰ੍ਹਾਂ ਮਾਸਕ ਹੁੰਦੇ ਆ ਜੀ 10-20 ਰੁਪਏ ਦਾ ਮਾਸਕ ਮਿਲ ਜਾਂਦਾ ਤੇ ਉਹਦੇ ਤੇ ਰੀਪ੍ਰਿੰਟ ਕਰਕੇ ਜ਼ੀਰੋ ਐਕਸਟਰਾ ਲਾ ਦਿੱਤੇ ਹੈਗੀਆਂ 200-250 ਰੁਪਏ ਤੱਕ ਵੀ ਜਿਹੜਾ ਉੱਤੇ ਜਿਹੜਾ ਜਾਲੀ ਤਰੀਕੇ ਨਾਲ ਲਿਖ ਦਿੱਤਾ ਗਿਆ। ਸੋ ਇਸ ਤਰ੍ਹਾਂ ਜਿਹੜਾ ਹੈ ਕਈ ਗੁਣਾ ਰੇਟ ਵਧਾ ਕੇ ਕਰਪਸ਼ਨ ਦਾ ਜਿਹੜਾ ਹੈ ਵਧਾਵਾ ਦਿੱਤਾ ਗਿਆ ਤੇ ਰੱਜ ਕੇ ਕਹਿ ਲਓ ਕਿ ਲੁੱਟ ਮਚਾਈ ਗਈ। ਸੋ ਬੜੀ ਸ਼ਰਮਨਾਕ ਗੱਲ ਹੈ ਜੀ। ਬਿਲਕੁਲ। ਸੋ ਉੱਥੇ ਜਿੱਥੇ ਹੁਣ ਇੱਕ ਆਕਸੀਜਨ ਸਿਲੰਡਰ ਵੀ 30-30 ਹਜ਼ਾਰ ਦਾ ਯਾਨੀ ਵਿਕਿਆ, ਜਿੱਥੇ ਇੱਕ ਆਮ ਬੰਦੇ ਨੇ ਵੀ ਕਿਸੇ ਹੀ ਥਾਂ ਤੇ ਕਿਸੇ ਨੇ ਵੀ ਮੌਕਾ ਨਹੀਂ ਛੱਡਿਆ ਕਿ ਲਾਸ਼ ਦਾ ਉੱਤੋਂ ਕਫਨ ਵੀ ਕੱਢਣਾ ਪਿਆ ਹੋਵੇ ਤਾਂ ਉਸ ਹਾਲ ਤੱਕ ਗਏ ਸੀ। ਸੋ ਇੱਥੇ ਵੱਡੀਆਂ ਕੰਪਨੀਆਂ ਦੇ ਮੈਨੇਜਰਸ ਤੋਂ ਲੈ ਕੇ ਛੋਟੀਆਂ ਕੰਪਨੀਆਂ ਦੇ ਤੱਕ ਜਾ ਕੇ ਕਿਵੇਂ ਫਾਈਲਾਂ ਕਲੀਅਰ ਹੋਣੀਆਂ, ਕਿਵੇਂ ਕਿਸੇ ਯਾਨੀ ਉਹਨਾਂ ਕੰਪਨੀਆਂ ਨੇ ਆਪ ਅਪਲਾਈ ਕਰਨਾ ਕੁਝ ਸਰਕਾਰੀ ਕੰਟਰੈਕਟ ਲੈਣ ਲਈ ਤੋਂ ਲੈ ਕੇ ਰਜਿਸਟਰੀ ਕਰਾਉਣੀ, ਦੁਕਾਨ ਖੋਲਣੀ, ਬਾਹਰਲੇ ਮੁਲਕ ਦੀ ਕਰੰਸੀ ਖਰੀਦਣੀ, ਕਾਰ ਖਰੀਦਣੀ, ਕਾਰ ਦਾ ਲਾਇਸੈਂਸ ਲੈਣਾ, ਘਰ ਬਣਾਉਣਾ, ਯਾਨੀ ਕੋਈ ਚੀਜ਼ ਹੈ ਹੀ ਨਹੀਂ। ਪਰਮਿਟ ਬਣਾਉਣ ਤੱਕ ਵਾਲਿਆਂ ਦੇ ਹਰ ਕਿਸੇ ਤੇ ਹਰ ਇੱਕ ਨੇ ਆਪਣੇ ਕਮਿਸ਼ਨ ਦੇ ਰੇਟ ਬੰਨ ਕੇ ਖੁੱਲੇ ਆਮ ਲਿਖ ਦਿੱਤੇ ਵੀ ਇੰਨੇ ਹੈਗੇ ਜੀ। ਹੁਣ ਇੱਕ ਇੰਟਰਸਟਿੰਗ ਇੱਕ ਪੀਰੂ ਤੇ ਯੁਗਾਂਡਾ ਦੀ ਗੱਲ ਕਰਨਾ ਚਾਹਨੀ ਆ ਜਿਹਦਾ ਉਸ ਖੋਜ ਵਿੱਚ ਬੜਾ ਅਹਿਮ ਤੌਰ ਤੇ ਬੋਲਡ ਨਾਲ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੀਰੂ ਤੇ ਯੁਗਾਂਡਾ ਵਿੱਚ ਅਫਸਰਸ਼ਾਹੀ ਨੇ ਜਦੋਂ ਭ੍ਰਿਸ਼ਟਾਚਾਰ ਦੀ ਅੱਤ ਚੁੱਕ ਦਿੱਤੀ ਸੀ ਨਾ, ਅੱਛਾ ਜੀ, ਜਦੋਂ ਮੁਲਕ ਬਿਲਕੁਲ ਹੀ ਸੜਕਾਂ ਤੇ ਆ ਗਿਆ, ਹੈ ਹੀ ਕੱਖ ਨਹੀਂ ਰਿਹਾ, ਨਿਚੋੜ ਤੇ ਲੋਕ, ਤਾਂ ਉਦੋਂ ਇੱਕ ਮੌਕੇ ਤੇ ਸਾਰੇ ਦੇ ਸਾਰੇ ਇਰਰਿਸਪੈਕਟਿਵ ਕੋਈ ਚੰਗਾ ਮਾੜਾ ਜੋ ਸਾਰੇ ਦੇ ਸਾਰੇ ਹੀ ਬਦਲ ਦਿੱਤੇ ਗਏ। ਇੱਕਦਮ ਆਮ ਲੋਕਾਂ ਨੂੰ ਉੱਥੇ ਲਾਇਆ ਗਿਆ ਤਾਂ ਉਹਦੇ ਨਾਲ ਦੇਖਿਆ ਕਿ ਸਾਰੇ ਦੇ ਸਾਰੇ ਜਦੋਂ ਇਹ ਨਵੇਂ ਬੰਦੇ ਲਾਏ ਗਏ ਤੇ ਖਾਸ ਤੌਰ ਤੇ ਵਿਦੇਸ਼ਾਂ ਦੇ ਨਾਲ ਵਪਾਰ ਦੀ ਨੀਤੀ ਵਿੱਚ ਤੇ 80% ਕੰਮ ਆਨਲਾਈਨ ਕਰ ਦਿੱਤੇ ਗਏ ਤਾਂ ਉਹਨਾਂ ਦੇਖਿਆ ਭ੍ਰਿਸ਼ਟਾਚਾਰ ਦੀ ਜੋ ਲੈਵਲ ਬਣ ਚੁੱਕਿਆ ਸੀ, ਜਿੱਥੇ 200% ਪਹੁੰਚਦਾ ਕੰਮ, ਉਹ ਸਾਰੇ ਦਾ ਸਾਰਾ ਸਿਰਫ ਇੰਨੇ ਕਰਨ ਨਾਲ ਕਿ ਸਾਰੇ ਹੀ ਲਾ ਦਿੱਤੇ ਉਹਦੇ ਸਭ ਬਦਲਣ ਦੇ ਨਾਲ ਤੇ ਸਾਰਾ ਆਨਲਾਈਨ ਕੰਮ ਕਰਨ ਦੇ ਨਾਲ ਭ੍ਰਿਸ਼ਟਾਚਾਰ ਦਾ ਰੇਟ ਸਿਰਫ 22% ਰਹਿ ਗਿਆ। 200% ਤੋਂ ਜਾ ਕੇ ਜਿੱਥੇ ਇਹ ਚੀਜ਼ ਉਹਨਾਂ ਨੇ ਦੇਖੀ ਜੀ। ਹੁਣ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਤਾਂ ਇਹ ਸੰਭਵ ਇਸ ਕਰਕੇ ਨਹੀਂ ਕਿ ਉੱਥੇ ਪੁਲ ਸੜਕਾਂ ਬਣਾਉਣ ਦੇ ਕੰਟਰੈਕਟਾਂ ਦੇ ਵਿੱਚ ਨੌਕਰੀਆਂ ਦੇਣੀਆਂ, ਬਦਲੀਆਂ, ਪੈਨਸ਼ਨ, ਮੈਡੀਕਲ ਬਿੱਲ, ਰਾਸ਼ਨ, ਉਹਨਾਂ ਨੇ ਕਿਹਾ ਸਰਕਾਰੀ ਜ਼ਮੀਨਾਂ, ਇਹ ਹੁਣ ਪਰਚਾ ਪੁਰਾਣਾ ਜੇ ਜਿਹੜਾ ਛਪਿਆ ਹੋਇਆ ਜੇ, ਅੱਜ ਦਾ ਨਹੀਂ, ਅੱਜ ਤਾਂ ਸਾਨੂੰ ਪਤਾ ਹੀ ਹੈ ਵੀ ਇਹ ਜੋ ਕੁਛ ਨਿਕਲ ਰਿਹਾ ਹੁਣ ਕਿਸ ਤਰੀਕੇ ਇਹ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਚੱਲਦੇ ਨੇ, ਕਿਵੇਂ ਨਵੇਂ ਕਾਨੂੰਨ ਬਣਦੇ ਨੇ। ਮੈਂ 1998 ਦੇ ਤੋਂ ਲੈ ਕੇ ਹੁਣ ਤੱਕ ਦੇ ਪਰਚਿਆਂ ਤੇ ਗੱਲ ਕਰ ਰਹੀ ਹਾਂ, ਪਰ 2022 ਵਿੱਚ ਜੋ ਆਪਾਂ ਨੂੰ ਦਿਸਦਾ ਸਿਆਸਤਦਾਨਾਂ ਵੱਲੋਂ ਕਬਜ਼ੇ ਕੀਤੇ, ਕਿਸ ਤਰੀਕੇ ਪੰਚਾਇਤੀ ਜ਼ਮੀਨਾਂ ਜਾਂ ਤੁਸੀਂ ਜੰਗਲਾਤ ਮਹਿਕਮੇ ਦੀਆਂ ਜ਼ਮੀਨਾਂ ਕਿਵੇਂ ਦੱਬੀਆਂ ਜਾ ਰਹੀਆਂ ਨੇ ਤੇ ਕਿਵੇਂ ਉਹਦੇ ਵਿੱਚ ਹੁਣ ਇਹ ਤਰੀਕਾ ਲਿਖਿਆ ਕਿ ਅਸਲ ਜੋ ਇਹ ਸਾਰਾ ਕਰਨ ਵਾਲੇ ਨੇ ਬਿਊਰੋਕ੍ਰੇਸੀ ਨੂੰ ਕਿਉਂ ਪਾਸੇ ਰੱਖਿਆ ਜਾ ਰਿਹਾ, ਕਿਉਂਕਿ ਉਹੀ ਨੇ ਜਿਹੜੇ ਵਿੱਚੋਂ ਮੋਟੀ ਮਲਾਈ ਡਕਾਰ ਜਾਂਦੇ ਨੇ ਜੀ। ਮਿਸਾਲ ਵਜੋਂ ਮੈਂ ਨਾਮ ਨਹੀਂ ਲੈਂਦੀ, ਇੱਕ ਵੱਡਾ ਸਾਡੇ ਪਹਿਲੇ ਮੁੱਖ ਮੰਤਰੀ ਦੇ ਨਾਲ ਹੀ ਉਹ ਉਹਨਾਂ ਦੇ ਸਪੁੱਤਰ ਰਖਵਾਉਂਦੇ ਜਾਂਦੇ, ਉਹਨਾਂ ਦੇ ਵੱਡੇ ਮਹਿਲਾਂ ਦੇ ਵਿੱਚ ਜਾਂ ਵੱਡੇ ਹੋਟਲਾਂ ਵਿੱਚ ਜਿਸ ਤਰੀਕੇ ਬਿਊਰੋਕ੍ਰੇਸੀ ਵੀ ਅਯਾਸ਼ੀ ਮਾਣਦੀ ਰਹੀ ਆ, ਜਿਸ ਤਰੀਕੇ ਇਹ ਸਾਰੇ ਉੱਥੇ ਜੋ ਵੀ ਕੁਛ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ, ਵੀਡੀਓਜ਼ ਬਾਹਰ ਨੇ, ਸਭ ਕਾਗਜ਼ ਬਾਹਰ ਨੇ, ਉਹਦੇ ਵਿੱਚ ਬਿਊਰੋਕ੍ਰੇਸੀ ਵੱਲੋਂ ਜੋ ਅੱਤ ਚੱਕੀ ਗਈ ਸੀ ਕਿ ਗਲਤ ਸਾਈਨ ਵੀ ਹੋਏ, ਗਲਤ ਸਭ ਕੁਝ ਦਵਾਇਆ ਵੀ ਗਿਆ, ਗਲਤ ਨੀਤੀਆਂ ਵੀ ਤੋਰੀਆਂ, ਵਿੱਚੋਂ ਵੱਡਾ ਹਿੱਸਾ ਵੀ ਡਕਾਰਿਆ, ਪਰ ਉਹ ਉਹਨਾਂ ਤੇ ਐਕਸ਼ਨ ਨਹੀਂ ਲਿਆ ਜਾ ਰਿਹਾ। ਇਸ ਰਿਪੋਰਟ ਵਿੱਚ ਵੀ ਇਹੋ ਲਿਖਿਆ ਸੀ ਕਿ ਜਿਹੜਾ ਅਸਲ ਏਜੰਟ ਜੋ ਜਿਸ ਰਾਹੀਂ ਕੰਮ ਕਰਦਾ ਜੇ, ਉਹ ਮੈਂ ਪਹਿਲਾਂ ਹੀ ਆਪਾਂ ਗੱਲ ਕੀਤੀ ਹੈ ਕਿ ਉਹ ਇਹੀ ਸਰਕਾਰੀ ਵੱਡੇ ਅਧਿਕਾਰੀ ਪ੍ਰਸ਼ਾਸਨਿਕ ਰਾਹੀਂ ਹੀ ਕੰਮ ਤੁਰਦਾ, ਜਿਹੜੇ ਆਪਣੀ ਹਿੱਸਾ ਪਾਸੇ ਰੱਖ ਕੇ ਤੇ ਉੱਪਰ ਤੱਕ ਬਾਕੀ ਪਹੁੰਚਾ ਜਾਂਦੇ ਨੇ।
ਉਹਨਾਂ ਵਿੱਚ ਵੀ ਮੈਂ ਸਿਜਦਾ ਕਰਨਾ ਚਾਹੁੰਦੀ ਹਾਂ। ਕੁਝ ਜਿਹੜੇ ਇਸ ਸਾਰੇ ਚੀਜ਼ ਨੂੰ ਨਾ ਕਰਕੇ ਪਾਸੇ ਹੋ ਜਾਂਦੇ ਨੇ, ਉਹਨਾਂ ਨੂੰ ਬੜੀ ਮਾੜੀਆਂ ਪੋਸਟਾਂ ਵੱਲ ਧੱਕ ਦਿੱਤਾ ਜਾਂਦਾ ਹੈ, ਬਿਲਕੁਲ ਜੀ। ਖੁੱਡੇ ਲਾਈਨ ਵੀ ਲਾਇਆ ਜਾਂਦਾ ਹੈ, ਪਰ ਅਸ਼ਕੇ ਉਹਨਾਂ ਦੇ ਕਿ ਉਹਨਾਂ ਦਾ ਜ਼ਮੀਰ ਜਾਗਦਾ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਕਰਦੇ ਜੀ। ਨੇ, ਤੇ ਤਾਂ ਹੀ ਅਜੇ ਵੀ ਇਹ ਕਿਤੇ ਨਾ ਕਿਤੇ ਲੋਕਾਂ ਦਾ ਭਲੇ ਦਾ ਕੰਮ ਤੁਰਿਆ ਰਹਿੰਦਾ। ਹੁਣ ਬਿਲਕੁਲ ਜੀ। ਸਰਕਾਰੀ ਜ਼ਮੀਨਾਂ ਉੱਤੇ ਲੀਜ਼, ਉਸ ਜੀ। ਘਪਲੇ ਬਾਰੇ ਜੋ ਆਪਾਂ ਉਹ ਵੀ ਨਿਕਲ ਚੁੱਕਾ। ਹੁਣ ਹਾਲ ਚਾਈਨਾ ਨੇ ਇੱਕ ਨਵਾਂ ਢੰਗ ਲੱਭਿਆ ਜੀ। ਕਿ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਬਿਲਕੁਲ ਜੀ, ਇਸ ਚੀਜ਼ ਦੀਆਂ ਕਾਫੀ ਚਰਚਾ ਹੋ ਰਹੀਆਂ ਨੇ ਜੀ। ਹੁਣ ਸਿੰਗਾਪੁਰ, ਹਾਂਗਕਾਂਗ, ਯੂਗੈਂਡਾ, ਅਰਜਨਟੀਨਾ, ਇਹਨਾਂ ਨੇ ਵੀ ਸਖਤ ਸਜ਼ਾਵਾਂ ਦਾ ਸਾਰਾ ਕੁਝ ਤਿਆਰ ਕਰ ਲਿਆ। ਅੱਛਾ ਜੀ। ਇਹਦੇ ਵਿੱਚ ਮੈਕਸ ਵੈਬਰ ਜੋ ਜਰਮਨ ਸੋਸ਼ੀਓਲੋਜਿਸਟ ਸੀ, ਜੀ, ਜੀ। ਉਹਨੇ ਬੜੀ ਲਾਈਨ ਕਲੀਅਰ ਲਿਖੀ ਹੈ। ਅੱਛਾ ਜੀ। ਮੁਲਕਾਂ ਦੇ ਵਿੱਚੋਂ, ਮੈਂ ਉਹੀ ਲਾਈਨ ਪੜ੍ਹਦਿਆਂ ਕੱਲ ਨੂੰ ਮੇਰੇ ਸਿਰ ਤੇ IAS ਆਫਿਸਰਸ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੇਰੇ ਜੀ। ਤਾਂ ਉਂਗਲ ਨਾ ਚੱਕੇ ਜਾਂ ਖਬਰ ਪੜ੍ਹ ਸਕਦੇ ਨੇ। ਬਿਲਕੁਲ ਜੀ। ਲਿਖਿਆ ਕਿ ਜਦ ਤੱਕ ਕਿਸੇ ਵੀ ਮੁਲਕ ਦੀ ਬਿਊਰੋਕ੍ਰੇਸੀ ਭ੍ਰਿਸ਼ਟਾਚਾਰ ਲਿਪਤ ਰਹੇਗੀ, ਉਸ ਮੁਲਕ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਹੀ ਨਹੀਂ ਸਕਦਾ, ਜੀ। ਕਿਉਂਕਿ ਉਸ ਮੁਲਕ ਵਿੱਚ ਅਫਸਰਸ਼ਾਹੀ ਆਪਣੇ ਟੱਬਰਾਂ ਨੂੰ ਅਗਾਂਹ ਵਧਾਉਣ ਤੇ ਲਾਲਚ ਨੂੰ ਕਦੇ ਨਾ ਮੁੱਕਣ ਵਾਲਾ ਜਤਾ ਕੇ ਉਹ ਡਕਾਰੀ ਹੀ ਜਾਂਦੇ ਨੇ, ਤੇ ਫਿਰ ਉਹ ਕਿਸੇ ਵੀ ਥਾਂ ਤੇ ਫਸਦੇ ਵੀ ਨਹੀਂ ਤੇ ਸਾਫ਼ ਸੁਥਰੇ ਬਾਹਰ ਨਿਕਲ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਢੰਗ ਆਉਂਦਾ ਹੁੰਦਾ ਹੈ ਕਿਸ ਤਰੀਕੇ ਇਹ ਸਾਰਾ ਕਮਿਸ਼ਨ ਜੀ। ਕਿਸ ਦੇ ਨਾਂ ਹੇਠ ਤੇ ਕਿਸ ਮੁਲਕ ਵਿੱਚ ਤੇ ਕਿਸ ਥਾਂ ਤੇ ਲੈਣਾ। ਸੋ ਉਸ ਸਦਕਾ ਹੀ, ਯਾਨੀ ਉਹਨਾਂ ਨੂੰ ਕਹੋ ਜੀ ਅਸੀਂ ਟ੍ਰੇਨਿੰਗਸ ਲੈਣ ਤਾਂ ਗ੍ਰੀਸ 'ਚ ਜਾਣੀ ਹੈ, ਇੱਥੇ ਲਿਖਾਓ ਤੇ ਅਸੀਂ 2-4 ਰਾਊਂਡ ਦੀ ਵਰਲਡ ਗੇੜਾ ਲਾ ਕੇ ਆਣਾ, ਟੱਬਰ ਸਮੇਤ ਤੇ ਅਸੀਂ ਕਰਕੇ ਆਣਾ, ਸੋ ਸਾਰਾ ਕੁਝ ਫ੍ਰੀ ਕੀਤਾ ਜਾਏਗਾ। ਯਾਨੀ ਸਮਝੋ ਕਿ ਉਹ ਕਰੋੜਾਂ ਦਾ ਫਾਇਦਾ ਉਸ ਤਰੀਕੇ ਨਿਕਲ ਜਾਂਦਾ। ਹੁਣ ਨਿਊਜ਼ੀਲੈਂਡ ਵਾਲਿਆਂ ਨੇ ਅੱਛਾ ਜੀ, ਕਾਫੀ ਹੱਦ ਤੱਕ ਇਸ ਤੇ ਕਾਬੂ ਪਾ ਲਿਆ ਹੋਇਆ। ਕਾਰਨ ਇਹੋ ਕਿ ਆਨਲਾਈਨ ਐਂਡ ਹਰ ਇੱਕ ਨੂੰ ਉਹਨਾਂ ਨੇ ਇਸੇ ਤਰ੍ਹਾਂ ਆਪਣੇ ਸਰਕਾਰੀ ਜਿੰਨੇ ਵੀ ਇਹ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹਨਾਂ ਨੂੰ ਇਕੁਅਲੀ ਜ਼ਿੰਮੇਵਾਰ ਠਹਿਰਾ ਕੇ ਤੁਸੀਂ ਭਾਈ ਉਨੀਆਂ ਹੀ ਸਖਤ ਸਜ਼ਾਵਾਂ ਤੁਹਾਡੇ ਸਿਰ ਤੇ ਵੀ ਹੋਣਗੀਆਂ, ਇੱਕ ਕਾਗਜ਼ ਨੂੰ ਖੰਗਾਲਣਾ ਤੁਹਾਡਾ ਕੰਮ ਹੈ। ਸੋ ਉੱਥੇ ਇਹ ਕੰਮ ਬਿਲਕੁਲ ਕਾਫੀ ਯਾਨੀ ਹੱਦ ਤੱਕ ਉਹਨਾਂ ਨੇ ਕਿਹਾ ਕਿ ਕੰਟਰੋਲ ਹੇਠ ਆ ਚੁੱਕਿਆ ਹੋਇਆ ਜੀ। ਹੁਣ ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਕਿ ਜਿਹੜੇ ਸਿਆਸਤਦਾਨ ਆਪਣੀ ਪਾਰਟੀ ਵਿਚਲੇ ਭ੍ਰਿਸ਼ਟ ਲੋਕਾਂ ਨੂੰ ਬਚਾਉਣ ਜਾਂ ਭ੍ਰਿਸ਼ਟ ਲੋਕ ਹੀ ਕੁਛ ਮਾਇਆ ਦੇ ਕੇ ਆਪਣੇ ਵਿਰੁੱਧ ਜਿਹੜੇ ਜਾਗਰੂਕ ਹੋਏ ਕੇਸ ਜਾਂ ਉਜਾਗਰ ਹੋਏ ਕੇਸਾਂ ਨੂੰ ਦਬਾਉਣ ਲਈ ਕਿਸੇ ਸਿਆਸੀ ਪਾਰਟੀ ਦਾ ਸਹਾਰਾ ਲੈ ਰਹੇ ਹੋਣ, ਜਾਂ ਉਹਨਾਂ ਦੇ ਵਿੱਚ ਜੁੜ ਕੇ ਆਪਣਾ ਇਹ ਸਾਰਾ ਪਿਛਲਾ ਕੀਤਾ ਜੋ ਕਾਰਾ ਉਹਨੂੰ ਚੰਗੀ ਤਰ੍ਹਾਂ ਹਜ਼ਮ ਜਾਂ ਡਕਾਰ ਲੈਣ ਲਈ ਕਿਸੇ ਵੀ ਪਾਰਟੀ ਨੂੰ ਆਪਣੇ ਅਪਣਾ ਲੈਣ, ਕੇ ਜਿਹੜੀ ਉਹਨਾਂ ਨੂੰ ਲੱਗੇ ਕਿ ਪੇਰੈਂਟ ਪਾਰਟੀ ਛੱਡ ਕੇ ਮੈਂ ਇੱਕ ਹੋਰ ਜਿਹੜੀ ਮੈਨੂੰ ਆਪਣੇ 'ਚ ਜਜ਼ਬ ਕਰਕੇ ਮੇਰਾ ਇਹ ਸਾਰਾ ਭ੍ਰਿਸ਼ਟਾਚਾਰ ਲੁਕਾ ਸਕੇ। ਉਸ ਮੁਲਕ ਦਾ ਰੱਬ ਹੀ ਰਾਖਾ ਹੈ। ਹੁਣ ਸਮਝ ਲਓ ਕਿ ਆਪਾਂ ਆਪਣੇ ਮੁਲਕ ਵਿੱਚ ਆਪ ਹੀ ਝਾਤ ਮਾਰ ਲਈਏ ਕਿ ਸਾਡੇ ਕਿਸੇ ਪਾਰਟੀ ਨੇ ਕੋਈ ਇਸ ਤਰ੍ਹਾਂ ਦਾ ਸਿਸਟਮ ਤਾਂ ਨਹੀਂ ਰੱਖਿਆ ਕਿ ਕਰਪਟ ਬੰਦੇ ਉਹਨਾਂ ਨੂੰ ਵਿੱਚ ਵਾੜ ਕੇ ਤੇ ਫਿਰ ਉਹਨਾਂ ਨੂੰ ਪੂਰਾ ਅਸੀਂ ਸਨਮਾਨ ਦੇ ਕੇ ਸਭ ਤੋਂ ਵਧੀਆ ਉਜਾਗਰ ਕਰ ਰਹੇ ਹੋਈਏ। ਇੱਥੇ ਸਰਕਾਰਾਂ ਜਿਹੜੀਆਂ ਨੇ ਆਪ ਕਮਾਊ ਪੁੱਤ ਰੱਖਦੀਆਂ ਨੇ, ਸੋ ਬੜੇ ਚੁਣ ਕੇ ਉਹਨਾਂ ਨੇ ਅਧਿਕਾਰੀ ਜਿਹੜੇ ਲਾਉਂਦੀਆਂ ਨੇ ਕਿ ਇਹਨੂੰ ਅਸੀਂ ਇਹ ਮਹਿਕਮਾ ਦਿੰਦੇ ਹਾਂ ਤਾਂ ਕਿ ਜਿਹੜਾ ਸਾਡਾ ਬਣਦਾ ਵੀ ਜਿਹੜਾ ਹੈ ਹਿੱਸਾ ਪਹੁੰਚਦਾ ਰਹੂਗਾ ਆਪਣੇ ਆਪ। ਪੰਜਾਬ ਦੇ ਵਿੱਚ ਆਪਾਂ ਜੇ ਕਹੀਏ ਤਾਂ ਅਕਸਰ ਇੱਕ ਪੱਕੀ ਸਰਕਾਰ ਤੇ ਕੱਚੀ ਸਰਕਾਰ ਵਾਲਾ ਵੀ ਜ਼ਿਕਰ ਆਉਂਦਾ ਕਿ 5 ਸਾਲ ਵਾਲੀ ਤੇ 35 ਸਾਲ ਵਾਲੀ। ਸੋ ਇੱਦਾਂ ਦੇ ਜਿਹੜੇ ਕਾਫੀ ਜਿਹੜੇ ਮੁੱਦੇ ਗੰਭੀਰ ਨੇ ਇਹ, ਸੋ ਬਹੁਤ ਹੀ ਤੁਸੀਂ ਵਿਸਥਾਰ ਦੇ ਨਾਲ ਚਰਚਾ ਵੀ ਅੱਜ ਕੀਤੀ ਹੈ ਜੀ। ਸੋ ਜਾਂਦੇ ਆਪਾਂ ਸਮ ਅਪ ਜ਼ਰੂਰ ਕਰਦੀ ਜੀ ਇਸ ਗੱਲਬਾਤ ਨੂੰ ਜੀ। ਬਿਲਕੁਲ, ਦੇਖੋ ਵੀਰੇ ਮੈਂ ਤਾਂ ਇੱਕੋ ਹੀ ਗੱਲ ਕਰਦੀ ਹਾਂ ਕਿ ਸਾਡੇ ਮੁਲਕ ਵਿੱਚ ਜਿਹੜਾ ਫੜਿਆ ਜਾਵੇ ਉਹ ਚੋਰ ਹੈ, ਬਾਕੀ ਸਭ ਸਾਧ ਦਾ ਭੇਸ ਵੱਟ ਲੈਂਦੇ ਨੇ, ਤੇ ਉਹਨਾਂ ਸਾਧਾਂ ਵਿੱਚੋਂ ਜਿਹੜੇ ਸਭ ਤੋਂ ਉੱਚੀ ਚੀਕਦੇ ਹੁੰਦੇ ਨੇ ਨਾ ਕਿ ਆ ਜੇ ਇਹਨੂੰ ਦੱਬ ਦਿਓ, ਇਹਨੂੰ ਉਡਾ ਦਿਓ, ਇਹਦੀਆਂ ਫੱਕੀਆਂ ਉਡਾਓ, ਇਹਨੂੰ ਜੇਲ੍ਹ 'ਚ ਤਾੜੋ, ਇਹ ਕਰੋ, ਕਿਤੇ ਧਿਆਨ ਰੱਖਿਓ
ਉਹੀ ਹੁੰਦੇ ਨੇ ਦਰਅਸਲ ਜਿਹੜੇ ਸਭ ਤੋਂ ਵੱਧ ਇਹੋ ਜਿਹੇ ਇਹਦੇ ਵਿੱਚ ਹਿੱਸਾ ਵੀ ਹੁੰਦਾ ਹੈ, ਪਰ ਆਪਣੇ ਆਪ ਨੂੰ ਸਾਧ ਦਾ ਭੇਸ ਦੇ ਕੇ ਉਹ ਜੀ ਦੂਜੇ ਉੱਤੇ ਸਾਰਾ ਕੁਝ ਮੜ ਦਿੰਦੇ ਨੇ। ਸੋ ਕੋਸ਼ਿਸ਼ ਇਹੋ ਕਰੀਏ ਕਿ ਜ਼ੀਰੋ ਟੋਲਰੈਂਸ ਰੱਖੀਏ, ਕਿਉਂਕਿ ਜਦੋਂ ਅਸੀਂ ਕਿਸੇ ਹੋਰ ਤੇ ਉਂਗਲ ਰੱਖਦੇ ਹਾਂ, ਖਿਮਾ ਕਰਿਓ, ਸਾਡੇ ਵੱਲ 4 ਉਂਗਲਾਂ ਸਾਡੇ ਆਪਣੇ ਬਿਲਕੁਲ ਵੱਲ ਜੀ ਬਿਲਕੁਲ ਦਿਸਦੀਆਂ ਨੇ। ਆਪਣੇ ਅੰਦਰ ਝਾਤ ਮਾਰੀਏ ਕਿ ਕਿਤੇ ਅਸੀਂ ਵੀ ਵਧਾਵਾ ਤਾਂ ਨਹੀਂ ਦਿੱਤਾ ਕਿ ਸਾਡਾ ਕੰਮ ਅੜਿਆ ਪਿਆ ਸੀ, ਅਸੀਂ ਉਹੀ ਆਫਰ ਕੀਤਾ ਹੋਏ ਦੁੱਗਣੇ ਪੈਸੇ ਲੈ ਲੈ ਯਾਰਾ, ਕਰਦੇ ਕੰਮ ਫਟਾਫਟ, ਬਿਲਕੁਲ ਜੀ ਤਾਂ ਫਿਰ ਉਹ ਅਸੀਂ ਵੀ ਉਹਦੇ ਇੱਕ ਹਿੱਸਾ ਮੰਨੇ ਜਾਵਾਂਗੇ। ਇਹਦਾ ਮਤਲਬ ਹੈ ਕਿ ਇੱਕ ਜ਼ੀਰੋ ਟੋਲਰੈਂਸ ਦੀ ਨੀਤੀ ਜਦ ਤੱਕ ਨਹੀਂ ਅਪਣਾਈ ਜਾਏਗੀ ਜੀ ਉਦੋਂ ਤੱਕ ਮੁਸ਼ਕਲ ਹੈ ਕਿ ਇਹ ਸਿਆਸੀ ਲੋਕਾਂ ਨੇ ਆਪਣੀਆਂ ਲੋੜਾਂ ਸੀਮਤ ਨਹੀਂ ਕਰਨੀਆਂ, ਬਿਲਕੁਲ ਜੀ ਨਹੀਂ। ਜੀ ਸੋ ਉਦੋਂ ਤੱਕ ਇਹ ਪਾਲਿਸੀਆਂ ਜਦ ਤੱਕ ਜ਼ਬਰਦਸਤ ਪਾਰਦਰਸ਼ੀ ਨਹੀਂ ਹੁੰਦੀਆਂ, ਭ੍ਰਿਸ਼ਟਾਚਾਰ ਤੇ ਨੱਥ ਪਾਉਣੀ ਲਗਭਗ ਨਾਮੁਮਕਿਨ ਹੋਈ ਪਈ ਹੈ। ਬਿਲਕੁਲ ਜੀ 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 ਯਕੀਨਨ ਜੀ ਇਹ ਭ੍ਰਿਸ਼ਟਾਚਾਰ ਦੇ ਉੱਤੇ ਨੱਥ ਪਾਉਣ ਦੇ ਲਈ ਪਾਲਿਸੀਆਂ ਵੀ ਚਾਹੀਦੀਆਂ ਨੇ, ਸਖਤ ਪਾਲਿਸੀਆਂ ਵੀ ਚਾਹੀਦੀਆਂ ਨੇ, ਤੇ ਫਿਰ ਉਹ ਇੰਪਲੀਮੈਂਟ ਵੀ ਸਹੀ ਤਰੀਕੇ ਨਾਲ ਹੋਣ, ਤੇ ਤਾਂ ਹੀ ਅਸੀਂ ਕੋਈ ਆਸ ਵੀ ਰੱਖ ਸਕਦੇ ਹਾਂ। ਸੋ ਡਾਕਟਰ ਹਰਸ਼ਿੰਦਰ ਕੌਰ ਜੀ, ਤੁਸੀਂ ਬਹੁਤ ਹੀ ਵਿਸਥਾਰ ਦੇ ਵਿੱਚ ਤੇ ਬੜਾ ਹੀ ਜਿਹੜਾ ਹੈ ਸਹੀ ਤਰੀਕੇ ਨਾਲ ਇੱਕ ਖੋਜ ਪੱਤਰ ਦੇ ਮਾਧਿਅਮ ਨਾਲ ਸਾਰੀ ਅੱਜ ਦੀ ਗੱਲਬਾਤ ਕੀਤੀ ਹੈ ਜੀ, ਤੇ ਸਾਡੇ ਸਰੋਤਿਆਂ ਨੂੰ ਵੀ ਬਹੁਤ ਹੀ ਇਹ ਜਿਹੜੀਆਂ ਗੱਲਾਂ ਸੁਣ ਕੇ ਹੈਰਾਨਗੀ ਵੀ ਹੋਏਗੀ, ਤੇ ਨਾਲ ਹੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਤਾਂ ਜਿਹੜੇ ਸੋਝੀ ਵੀ ਪਈ ਹੋਏਗੀ, ਸੋਚਾਂ 'ਚ ਵੀ ਪੈ ਗਏ ਹੋਣਗੇ ਕਈ ਮੇਰੇ ਵਰਗੇ ਕਿ ਯਾਰ ਕਿਵੇਂ ਕਰੀਏ। ਖਾਸ ਕਰਕੇ ਜਿਵੇਂ ਨਿਊਜ਼ੀਲੈਂਡ ਦੀ ਉਦਾਹਰਨ ਦਿੱਤੀ ਹੈ, ਤਾਂ ਕਈਆਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਵੀ ਸ਼ੁਰੂ ਹੋ ਜੂਗੀ ਕਿ ਚਲੋ ਹੁਣ ਕੈਨੇਡਾ ਜਾਂ ਬਾਕੀ ਜਿਹੜੇ ਦੇਸ਼ ਆ ਉਹ ਛੱਡੀਏ ਤੇ ਆਪਾਂ ਨਿਊਜ਼ੀਲੈਂਡ ਵੱਲ ਹੀ ਚੱਲੀਏ, ਉਹ ਥੋੜ੍ਹਾ ਉੱਥੇ ਭ੍ਰਿਸ਼ਟਾਚਾਰ ਘੱਟ ਹੈ। ਸੋ ਵਾਕਈ ਜੀ ਇਹ ਜਿਹੜੇ ਮੁੱਦੇ ਨੇ ਬਹੁਤ ਹੀ ਗੰਭੀਰ ਨੇ। ਸੋ ਪੂਰਾ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦਾ ਤੇ ਸਰਕਾਰ ਦਾ ਤੇ ਅਧਿਕਾਰੀਆਂ ਦਾ, ਜਿਹੜੇ ਇਮਾਨਦਾਰ ਅਧਿਕਾਰੀ ਨੇ ਉਹਨਾਂ ਦਾ, ਸਾਰਿਆਂ ਦਾ ਜੇ ਮਿਲ ਕੇ ਇੱਕ ਜਿਹੜਾ ਹੈ ਇਫੈਕਟ ਉਹ ਹੋਵੇ, ਜੇ ਉਹਨਾਂ ਵੱਲੋਂ ਮਿਲ ਕੇ ਕੋਈ ਕਦਮ ਚੱਕੇ ਜਾਣ, ਫਿਰ ਹੀ ਕੋਈ ਅਸੀਂ ਆਸ ਰੱਖ ਸਕਦੇ ਹਾਂ। ਨਹੀਂ ਤਾਂ ਇਕੱਲੇ ਅਧਿਕਾਰੀਆਂ ਤੋਂ, ਇਕੱਲੇ ਸਰਕਾਰ ਤੋਂ ਜਾਂ ਇਕੱਲੇ ਲੋਕਾਂ ਤੋਂ ਅਸੀਂ ਕੋਈ ਇੱਦਾਂ ਦੀ ਬਦਲਾਵ ਦੀ ਜਿਹੜੀ ਆਸ ਨਹੀਂ ਰੱਖ ਸਕਦੇ। ਸੋ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ ਬਿਲਕੁਲ, ਬਸ ਜਾਂਦੇ ਜਾਂਦੇ ਜੀ ਕੋਈ ਜੀ ਆਖਰੀ ਲਾਈਨ ਜੀ ਕਿ ਅਸੀਂ ਸ਼ੋਰ ਜੀ ਸ਼ੋਰ ਚਾਹੁੰਦੇ ਸ਼ੋਰ ਹਾਂ ਸਰੋਤੇ ਜ਼ਰੂਰ ਸ਼ਮੂਲੀਅਤ ਕਰਿਆ ਕਰਨ, ਸਾਨੂੰ ਉਹ ਜੀ ਵੀ ਦੱਸਿਆ ਕਰਨ ਕਿ ਅਸੀਂ ਕਿਹੜਾ ਹੋਰ ਮੁੱਦਾ ਲੈ ਕੇ ਆਈਏ। ਅਸੀਂ ਬਿਲਕੁਲ ਜੀ ਕਦਰ ਕਰਦੇ ਆ ਉਹਨਾਂ ਦੇ ਜਜ਼ਬਾਤਾਂ ਦੀ, ਸਾਡੇ ਨਾਲ ਸਾਂਝ ਬਣਾਈ ਰੱਖਣ। ਸੋ ਉਹਨਾਂ ਜੀ ਦੇ ਸਵਾਲ ਸਿਰ ਮੱਥੇ ਜ਼ਰੂਰ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਫੋਨ ਜ਼ਰੂਰ ਕਰ ਸਕਦੇ ਨੇ। ਜੀ ਬਹੁਤ ਜੀ ਧੰਨਵਾਦ। ਜੀ ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਬਿਲਕੁਲ ਜੀ। ਸੋ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਕਿਉਂਕਿ ਉਹਨਾਂ ਨੇ ਅੱਜ ਸਮਾਂ ਕੱਢ ਕੇ ਸਾਨੂੰ 8 ਵਜੇ ਦੀ ਬਜਾਏ ਜਿਹੜਾ 7:15 ਵਜੇ ਹੀ ਉਹ ਲਾਈਵ ਆਏ ਅਤੇ ਐਡੇ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈਗੀ। ਸੋ ਉਹਨਾਂ ਦਾ ਵੀ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ, ਉੱਥੇ ਹੀ ਸਾਰੇ ਸਰੋਤਿਆਂ ਦਾ ਵੀ ਧੰਨਵਾਦ, ਅਤੇ ਉਹਨਾਂ ਸਰੋਤਿਆਂ ਨੂੰ ਬੇਨਤੀ ਵੀ ਨਾਲ ਦੀ ਨਾਲ ਇੱਕ ਅਸੀਂ ਜ਼ਰੂਰ ਕਰਾਂਗੇ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਲਾਈਵ ਜ਼ਰੂਰ ਕਰਿਆ ਕਰੋ ਜੀ, ਅਤੇ ਫੋਨ ਕਾਲ ਜ਼ਰੂਰ ਕਰਿਆ ਕਰੋ। ਫੋਨ ਕਾਲ ਅਸੀਂ ਜ਼ਰੂਰ ਇਨਕਲੂਡ ਕਰਦੇ ਹਾਂ ਜੀ ਜਦੋਂ ਲਾਈਵ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ। ਸਾਨੂੰ ਵੀ ਚੰਗਾ ਲੱਗਦਾ ਜਦੋਂ ਸਾਡੇ ਸਰੋਤੇ ਬੜੇ ਸੂਝਵਾਨ ਸਰੋਤੇ ਨੇ, ਉਹ ਵੀ ਬੜੀ ਸਮਝ ਰੱਖਦੇ ਨੇ। ਕਈ ਵਾਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਕਈ ਵਾਰ ਐਸੇ ਵਿਸ਼ੇ ਹੁੰਦੇ ਨੇ ਜਿਹੜੇ ਬਤੌਰ ਪ੍ਰੋਗਰਾਮ ਦੇ ਸੰਚਾਲਕ ਸਾਡੇ ਦਿਮਾਗ ਦੇ ਵਿੱਚ, ਸਾਡੇ ਜ਼ਿਹਨ 'ਚ ਨਹੀਂ ਆਉਂਦੀਆਂ, ਪਰ ਸਾਡੇ ਜਿਹੜੇ ਸਰੋਤੇ ਆ ਉਹ ਸਾਨੂੰ ਦੱਸ ਦਿੰਦੇ ਨੇ, ਅਤੇ ਅਸੀਂ ਅਗਲੀ ਵਾਰੀ ਜ਼ਰੂਰ ਉਹਨਾਂ ਚੀਜ਼ਾਂ ਨੂੰ ਇਨਕਲੂਡ ਵੀ ਕਰਦੇ ਹਾਂ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਅਗਲੀ ਵਾਰ ਤੋਂ ਜ਼ਰੂਰ ਫੋਨ ਕਾਲ ਦੇ ਰਾਹੀਂ ਜੁੜਿਆ ਕਰਨ ਜੀ। ਪਰ ਫਿਲਹਾਲ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਆ ਗਿਆ ਜੀ। ਸੋ ਪ੍ਰੋਗਰਾਮ ਅੱਜ ਦਾ ਬਹੁਤ ਹੀ ਰੌਚਕ ਵੀ ਰਿਹਾ ਹੈ, ਖਾਸ ਵੀ ਰਿਹਾ ਹੈਗਾ, ਅਤੇ ਇੱਥੇ ਹੀ ਹੁਣ ਮੈਂ ਲਊਂਗਾ ਜੀ ਬ੍ਰੇਕ। ਅਤੇ ਅੱਜ ਦਿਨ ਸੋਮਵਾਰ ਦਾ ਸੀਗਾ, ਅਤੇ ਕੱਲ੍ਹ ਹੁਣ ਅਸੀਂ ਮੰਗਲਵਾਰ ਨੂੰ ਮਿਲਾਂਗੇ ਜੀ, ਅਤੇ ਤੁਸੀਂ ਸਾਰੇ ਰੱਖਿਓ ਆਪਣਾ ਖਿਆਲ ਜੀ, ਅਤੇ ਮਿਲਦੇ ਹਾਂ ਜੀ ਆਪਾਂ ਹੁਣ ਕੱਲ੍ਹ ਨੂੰ।